ਸਤਿ ਸ੍ਰੀ ਅਕਾਲ ਜੀ। ਦਰਸ਼ਕਾਂ ਨੂੰ ਵੀ ਮੇਰਾ ਸਤਿ ਸ੍ਰੀ ਅਕਾਲ ਹੈ ਜੀ। ਜੀ ਸਭ ਤੋਂ ਪਹਿਲਾਂ ਤਾਂ ਸਰ ਮੁਬਾਰਕਾਂ ਵੀ ਇੱਕ ਜੰਗ ਲੱਗੀ ਸੀ ਉਸ ਦੇ ਵਿੱਚ ਅਸੀਂ ਜਿੱਤ ਹਾਸਲ ਤਕਰੀਬਨ ਕਰ ਲਈ ਹੈ ਵੀ ਸਾਡੇ ਦਰਸ਼ਕ ਜਾਣਨਾ ਚਾਹੁੰਦੇ ਨੇ ਵੀ ਕਿਸ ਦੇ ਮੁਤਾਬਿਕ ਇਹ ਖੇਤੀ ਕਾਨੂੰਨ ਰੱਦ ਹੋ ਜਾਣਗੇ। ਉਹਦੀ ਨਾ ਇੱਕ ਸਿੰਪਲ ਜੀ ਕਿਰਿਆ ਇਹ ਹੈ ਕਿ ਜਿਵੇਂ ਪਾਰਲੀਮੈਂਟ ਵਿੱਚ ਕੋਈ ਕਾਨੂੰਨ ਪਾਸ ਹੁੰਦਾ ਜੀ ਬਣਾਉਣ ਤੋਂ ਪਹਿਲਾਂ ਉਹਦੀ ਡਰਾਫਟ ਕਾਪੀ ਬਣਦੀ ਹੈ। ਡਰਾਫਟ ਕਾਪੀ ਕੰਸਰਨਡ ਸਟੇਟਾਂ ਨੂੰ ਜਾਂ ਕੰਸਰਨਡ ਮਹਿਕਮਿਆਂ ਨੂੰ ਦਿੱਤੀ ਜਾਂਦੀ ਹੈ ਪੜ੍ਹਨ ਲਈ, ਰਿਵਿਊ ਕਰਨ ਲਈ। ਉਸ ਤੋਂ ਬਾਅਦ ਉਹਦੀ ਨੋਟੀਫਿਕੇਸ਼ਨ ਜਾਰੀ ਹੁੰਦੀ ਹੈ। ਨੋਟੀਫਿਕੇਸ਼ਨ ਤੋਂ ਬਾਅਦ ਉਹ ਬਿੱਲ ਪਾਸ ਹੁੰਦਾ ਹੈ, ਜਿਹਦੇ ਵਿੱਚ ਵੋਟਿੰਗ ਹੁੰਦੀ ਹੈ ਬਿੱਲ ਪਾਸ ਕਰਨ ਲਈ ਜੀ 2/3 ਦੇ ਹਿਸਾਬ ਨਾਲ। ਇਸੇ ਤਰ੍ਹਾਂ ਹੀ ਬਿੱਲ ਵਾਪਸ ਲੈਣ ਲਈ ਵੀ ਪਾਰਲੀਮੈਂਟ 'ਚ ਬਿੱਲ ਪੇਸ਼ ਕੀਤਾ ਜਾਏਗਾ, ਰਿਪਰੈਜ਼ੈਂਟੇਸ਼ਨ ਦਿੱਤੀ ਜਾਏਗੀ ਤੇ ਉੱਥੋਂ ਦੀ ਇੱਕ ਪੂਰੇ ਸਦਨ ਵਿੱਚ ਉਹ ਪ੍ਰਕਿਰਿਆ ਚੱਲ ਕੇ ਇਹ ਕਾਨੂੰਨਾਂ ਨੂੰ ਰਿਪੀਲ ਕੀਤਾ ਜਾਏਗਾ ਜੀ। ਹੁਣ ਰਿਪੀਲ 'ਚ ਉਹ ਕੀ ਮੰਨ ਲਓ ਜਿਹੜੀ ਸਰਕਾਰ ਮੌਜੂਦਾ ਸ਼ਰਾਰਤ ਵੀ ਕਰ ਸਕਦੀ ਹੈ, ਬਿਲਕੁਲ ਉਹ ਪਾਰਸ਼ਲੀ ਰੋਕੇ, ਕੰਪਲੀਟ ਰੋਕੇ ਜਾਂ ਕੁਝ ਹੋਰ ਕੰਡੀਸ਼ਨਲਸ ਲਾ ਦੇਵੇ ਜਿਹਦੇ ਤੇ ਦੁਬਾਰਾ ਵਿਚਾਰ ਕਰਨਾ ਹੋਵੇ। ਸੋ ਸਾਡੇ ਕਿਸਾਨ ਵੀਰ ਦੀਆਂ ਸਾਡੀਆਂ ਜਥੇਬੰਦੀਆਂ ਕਾਫੀ ਸਮਝਦਾਰ ਨੇ। ਉਹਨਾਂ ਨੇ ਹੁਣ ਤੱਕ ਆਪਣਾ ਦਿਖਾਇਆ ਕਿ ਅਸੀਂ ਬਿਲਕੁਲ ਬੇਵਕੂਫ ਨਹੀਂ ਹਾਂ। ਸਰਕਾਰ ਨੇ ਪੂਰੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਨੂੰ ਬੇਵਕੂਫ ਬਣਾਇਆ ਜਾਵੇ, ਕੋਈ ਉੱਥੇ ਇਹੋ ਜਿਹੀ ਹਰਕਤ ਕੀਤੀ ਜਾਵੇ ਜਿਹਦੇ ਕਰਕੇ ਹਾਰਨ। ਸੋ ਅਲਟੀਮੇਟਲੀ ਇਹ ਚੀਜ਼ਾਂ ਦੇ ਉੱਤੇ ਸਾਡੇ ਕਿਸਾਨ ਆਗੂ ਵੀਰ ਬੜੇ ਸਮਝਦਾਰ ਨੇ ਜੀ, ਉਹ ਕਰ ਰਹੇ ਨੇ। ਪਰ ਮੈਂ ਆਪਣੇ ਭੈਣ ਭਰਾਵਾਂ ਨੂੰ ਇਹੋ ਹੀ ਰਿਕੁਐਸਟ ਕਰੂੰਗਾ, ਪਲੱਸ ਜਿਹੜੀਆਂ ਜਥੇਬੰਦੀਆਂ ਨੂੰ, ਕਿ ਜਿਸ ਤਰ੍ਹਾਂ ਤੁਸੀਂ ਪਹਿਲਾਂ ਸਬਰ ਦਿਖਾਇਆ ਅੰਦੋਲਨ ਦੇ ਦੌਰਾਨ, ਸਾਲ ਸਵਾ ਸਾਲ ਅਸੀਂ ਉੱਥੇ ਲਾਇਆ, ਪੂਰੀ ਤੁਸੀਂ ਆਇਡੈਂਟੀਫਿਕੇਸ਼ਨ ਰੱਖੀ ਹੈ, ਕੋਈ ਸ਼ਰਾਰਤ ਨਹੀਂ ਹੋਣ ਦਿੱਤੀ, ਕੋਈ ਸ਼ਰਾਰਤੀ ਅਨਸਰ ਨਹੀਂ ਵੜਨ ਦਿੱਤਾ ਉਸ ਪੂਰੇ ਅੰਦੋਲਨ 'ਚ ਜੀ, ਕੋਈ ਨੈਗੇਟਿਵਿਟੀ ਨਹੀਂ। ਜਿਵੇਂ ਸ਼ੁਰੂਆਤ ਵਿੱਚ ਖਾਲਿਸਤਾਨ ਦੇ ਕੁਝ ਲੋਕਾਂ ਨੇ ਨਾਅਰੇ ਲਗਾਤੇ ਸੀ ਜਾਂ ਕੁਝ ਹੋਰ, ਤੇ ਕਈਆਂ ਨੇ ਉਹਨੂੰ ਖਾਲਿਸਤਾਨ ਦਾ ਨਾਮ ਦੇਣਾ ਸ਼ੁਰੂ ਕਰਤਾ। ਜਦ ਕਿ ਸਾਡੇ ਕਿਸਾਨ ਆਗੂਆਂ ਨੇ ਬੜੇ ਸਮਝਦਾਰੀ ਦਾ ਉਦੋਂ ਵੀ ਪ੍ਰਦਰਸ਼ਨ ਕੀਤਾ। ਹੁਣ ਵੀ ਮੈਂ ਕਹਾਂਗਾ ਕਿ ਜਦੋਂ ਇਹ ਰਿਪੀਲ ਹੋ ਜਾਂਦਾ ਕਾਨੂੰਨ, ਰਿਪੀਲ ਹੋਣ ਤੋਂ ਬਾਅਦ ਉਹਦੀਆਂ ਕਾਪੀਆਂ ਲਈਆਂ ਜਾਣ ਜੀ। ਉਹ ਜਿਹੜੀ ਰਿਪੀਲ ਦੀ ਲੈਟਰ ਦੇ ਉੱਤੇ ਉਹਨਾਂ ਨੇ ਉਹਨੂੰ ਕੰਪਲੀਟਲੀ ਕੀਤਾ, ਅਧੂਰਾ ਕੀਤਾ ਜਾਂ ਕੀ ਕੀਤਾ, ਜਾਂ ਕੋਈ ਕੰਡੀਸ਼ਨ ਉਹਦੇ ਮੁਤਾਬਕ ਹੀ ਆਪਾਂ ਫਿਰ ਉਹਦੀ ਖੁਸ਼ੀ ਮਨਾਈਏ, ਨਾ ਕਿ ਅੱਧੇ ਕੰਮ ਤੇ ਮਨਾਈਏ। ਰਿਸਕ ਲੈਵਲ 'ਚ ਬਿਲਕੁਲ ਨਹੀਂ ਰਹਿਣਾ ਆਪਾਂ। ਹਾਂਜੀ ਬਿਲਕੁਲ ਮਲਨ ਸਾਹਿਬ, ਜਦੋਂ ਕੋਈ ਵੀ ਕਾਨੂੰਨ ਹੁੰਦਾ ਹੈ ਵੀ ਉਸ ਨੂੰ ਪਹਿਲਾਂ, ਜਿਸ ਤਰ੍ਹਾਂ ਆਪਾਂ ਇਹ ਖੇਤੀ ਕਾਨੂੰਨ ਦਾ ਹੀ ਗੱਲ ਕਰ ਲਈਏ ਵੀ ਪਿਛਲੀ ਜਦੋਂ ਲੋਕ ਸਭਾ ਦਾ ਸੈਸ਼ਨ ਹੋਇਆ ਸੀ ਉਸ ਦੇ ਵਿੱਚ ਵਿਰੋਧੀਆਂ ਨੇ ਐਲੀਗੇਸ਼ਨ ਲਾਈ ਸੀ ਵੀ ਸਾਡੀ ਗੈਰ ਮੌਜੂਦਗੀ ਦੇ ਵਿੱਚ ਹੀ ਜੋ ਪਾਸ ਕਰ ਦਿੱਤਾ ਗਿਆ ਸੀ। ਹੁਣ ਵੀ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਵੀ ਸਰਕਾਰ ਸ਼ਰਾਰਤ ਕਰ ਸਕਦੀ ਹੈ, ਕਿ ਪਹਿਲਾਂ ਲੋਕ ਸਭਾ ਦੇ ਵਿੱਚ ਪਾਸ ਹੋ, ਜੇ ਇਹ ਰਿਵੀਲ ਹੋ ਜਾਂਦੇ ਨੇ, ਸਹਿਮਤੀ ਬਣ ਜਾਂਦੀ ਹੈ, ਵੋਟਾਂ ਮਿਲ ਜਾਂਦੀਆਂ ਨੇ, ਉਸ ਤੋਂ ਬਾਅਦ ਦੁਬਾਰਾ ਵਿਰੋਧੀ ਧਿਰਾਂ ਜਾਂ ਫਿਰ ਇਸ ਦੇ ਵਿੱਚ ਕਿਸ ਤਰ੍ਹਾਂ ਦੀ ਸ਼ਰਾਰਤ ਕੀਤੀ ਜਾ ਸਕਦੀ ਹੈ ਜਿਸ ਤਰ੍ਹਾਂ ਸ਼ਰਾਰਤ ਪਹਿਲਾਂ ਕੀਤੀ ਗਈ ਸੀ? ਉਹ ਸ਼ਰਾਰਤ ਇਸ ਤਰ੍ਹਾਂ ਦੀ ਹੋ ਸਕਦੀ ਹੈ ਕਿ ਫੋਰ ਐਗਜ਼ਾਮਪਲ ਜੀ ਪੰਜਾਬ ਤੋਂ ਅਸੀਂ ਵਾਪਸ ਲੈ ਲਿਆ ਕਿ ਪੰਜਾਬ ਤੇ ਲਾਗੂ ਨਹੀਂ ਹੋਏਗਾ। ਮੈਂ ਇੱਥੇ ਤੁਹਾਨੂੰ ਰੋਕਣਾ ਚਾਹੂੰਗੀ, ਇੱਕ ਦਰਸ਼ਕ ਸਾਡੇ ਨਾਲ ਜੁੜ ਰਹੇ ਨੇ ਜੀ। ਹਾਂਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਹਾਂਜੀ ਮੈਡਮ, ਮੈਂ ਆਰਐਸ ਪਿੰਡੋਂ ਬੋਲ ਰਿਹਾ, ਲੁਧਿਆਣੇ। ਜੀ ਸਰ, ਕੀ ਕਹਿਣਾ ਚਾਹੋਗੇ ਇਹਨਾਂ ਖੇਤੀ ਕਾਨੂੰਨਾਂ ਨੂੰ ਲੈ ਕੇ, ਕਿਸਾਨੀ ਅੰਦੋਲਨ ਨੂੰ ਲੈ ਕੇ? ਨਹੀਂ ਮੈਡਮ, ਜਿਵੇਂ ਆਪਣੇ ਐਡਵੋਕੇਟ ਸਾਹਿਬ ਬੋਲ ਰਹੇ ਸੀਗੇ ਨਾ, ਇਹ ਦੱਸ ਰਹੇ ਸੀ ਕਿਸਾਨੀ ਅੰਦੋਲਨ ਬਾਰੇ ਜੀ। ਦੇਖੋ, ਜਿਹੜਾ ਇਹ ਕਿਸਾਨੀ ਅੰਦੋਲਨ ਸੀ ਨਾ, ਇਹਦੇ ਤੇ ਠੀਕ ਹੈ ਐਲੀਗੇਸ਼ਨ ਲੱਗੇ, ਕਦੇ ਇਹਨੂੰ ਖਾਲਿਸਤਾਨ ਨਾਲ ਜੋੜਿਆ ਗਿਆ, ਕਦੇ ਨਕਸਲਾਈਟਸ ਦੇ ਨਾਲ ਜੋੜਿਆ ਗਿਆ, ਕਦੇ ਕਿਸੇ ਹੋਰ ਵੱਲੋਂ ਜੋੜਿਆ ਗਿਆ, ਕਦੇ ਇਹਨੂੰ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕੀਤੀ, ਕਦੇ ਦੰਗਿਆਂ ਦੇ ਰੂਪ ਦੇ ਵਿੱਚ ਕੀਤਾ। ਦੇਖੋ, ਇਹ ਸਭ ਕੁਝ ਹੁੰਦਾ ਹੀ ਹੁੰਦਾ ਜੀ। ਇਹ ਜਦੋਂ ਮਤਲਬ ਇਸ ਲੈਵਲ ਤੱਕ ਦਾ ਅੰਦੋਲਨ ਹੈ, ਪਰ ਇਸ ਅੰਦੋਲਨ ਦਾ ਜਿਹੜਾ ਸੀ, ਇਸ ਅੰਦੋਲਨ ਦਾ ਇੱਕ ਪਲੱਸ ਪੁਆਇੰਟ ਇਹ ਰਿਹਾ ਵੀ ਇਹ ਵਰਲਡ ਲੈਵਲ ਦੇ ਵਿੱਚ ਇਸ ਅੰਦੋਲਨ ਨੇ ਇੱਕ ਆਪਣੀ ਛਾਪ ਛੱਡੀ ਹੈ ਜੀ। ਸੋ ਇਹਦੇ ਵਾਸਤੇ ਬਾਕੀ ਜਿੱਥੋਂ ਤੱਕ ਹੁਣ ਗਵਰਨਮੈਂਟ ਦੀ ਗੱਲ ਹੈ ਨਾ ਜੀ, ਹੁਣ ਸਾਨੂੰ ਜਿਸ ਤਰ੍ਹਾਂ ਗਵਰਨਮੈਂਟ ਦੇ ਇੰਟੈਂਸ਼ਨਸ ਇਸ ਵੇਲੇ ਸਮਝ ਆ ਰਹੀਆਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਮੇਰੇ ਖਿਆਲ ਲੱਗਦੀ ਕਿ ਗਵਰਨਮੈਂਟ ਹੁਣ ਕੋਈ ਚਲਾਕੀ ਕਰੇਗੀ ਜਾਂ ਕੁਛ ਕਰੇਗੀ। ਬਾਕੀ ਇਹਦਾ ਰਿਪੀਲ ਹੋਣ ਦਾ ਤਾਂ ਇਹੋ ਹੀ ਹੈ ਕਿ ਜਾਂ ਤਾਂ ਇਹਦਾ ਐਂਟੀ ਬਿੱਲ ਕੋਈ ਜਿਹੜਾ ਪਾਰਲੀਮੈਂਟ ਦੇ ਵਿੱਚ ਪਾਸ ਹੋਵੇ ਔਰ ਉਹਨੂੰ ਪ੍ਰੈਜ਼ੀਡੈਂਟ ਫੇਰ ਉਹਨੂੰ ਸਿਗਨੇਚਰ ਕਰੇ ਤੇ ਫਿਰ ਇਹ ਰਿਪੀਲ ਸਮਝੇ ਜਾਣਗੇ। ਇਹਦੀ ਰਿਜੈਕਸ਼ਨ ਹੀ ਅਸੈਂਬਲੀ ਪਾਰਲੀਮੈਂਟ ਦੇ ਵਿੱਚ ਕੀਤੀ ਜਾ ਸਕੇਗੀ ਮੇਰੇ ਖਿਆਲ ਦੇ ਵਿੱਚ। ਬਾਕੀ ਇਹ ਕਿਸਾਨ ਨੇਤਾ ਜਿੰਨੇ ਸੀਗੇ ਜਿਨ੍ਹਾਂ ਨੇ ਇਸ ਅੰਦੋਲਨ ਨੂੰ ਚਲਾਇਆ, ਉਸ ਤੋਂ ਇਲਾਵਾ ਵੀ ਮੈਂ ਤਾਂ ਇਹ ਆਖਾਂਗਾ ਕਿ ਜਿਹੜੇ ਪੰਜਾਬ ਦੇ ਹਰਿਆਣੇ ਦੇ NRI ਵੀਰ ਹੈ ਜਾਂ ਪੰਜਾਬ ਦੀ ਜਿਹੜੀ ਆਮ ਜਨਤਾ ਸੀ, ਉਹਨਾਂ ਦੀ ਬਹੁਤ ਜ਼ਿਆਦਾ ਸਪੋਰਟ ਸੀਗੀ
ਕਿਉਂਕਿ ਇਸੇ ਕਰਕੇ ਇਹ ਅੰਦੋਲਨ ਇੰਨਾ ਸਕਸੈਸਫੁਲ ਰਿਹਾ ਹੈਗਾ। ਪਰ ਜੋ ਇਹ ਥੋੜੇ ਦਿਨਾਂ ਦੇ ਵਿੱਚ ਇਹਦੇ ਗੁੰਝਲਾਂ ਜਿਹੜੀਆਂ ਰਹਿੰਦੀਆਂ ਨੇ ਉਹ ਠੀਕ ਹੋ ਜਾਣਗੀਆਂ ਤਾਂ ਸਾਨੂੰ ਸਾਰਿਆਂ ਨੂੰ ਆਸ ਕਰਨੀ ਚਾਹੀਦੀ ਹੈ। ਲੈਟਸ ਵੀ ਸ਼ੁੱਡ ਸੀਕ ਫॉर ਦਾ ਗੁੱਡ ਫਿਊਚਰ। ਸਾਨੂੰ ਚੰਗੇ ਭਵਿੱਖ ਦੀ ਆਸ ਕਰਕੇ ਆਸ ਰੱਖਣੀ ਚਾਹੀਦੀ ਹੈ ਕਿ ਇਹ ਸਾਰਾ ਖਤਮ ਹੈ, ਕੰਮ ਖਤਮ ਹੋ ਜਾਏਗਾ ਔਰ ਪੰਜਾਬ ਦੇ ਜਿਹੜੇ ਕਿਸਾਨ ਹੈ ਉਹ ਆਪਣੇ ਆਪਣੇ ਘਰਾਂ ਨੂੰ ਆਉਣਗੇ। ਔਰ ਬੜੀ ਪੋਜ਼ਿਟਿਵ ਜਿਹੜੀ ਪ੍ਰਾਪਤੀ ਇਸ ਅੰਦੋਲਨ ਦੀ ਰਹੀ ਹੈ, ਇਹਦੇ ਲਈ ਸਾਰੇ ਪੰਜਾਬੀ ਕੌਮ, ਸਾਰੇ ਹਰਿਆਣੇ ਦੇ ਕਿਸਾਨ, ਯੂਪੀ ਦੇ ਕਿਸਾਨ, ਰਾਜਸਥਾਨ ਦੇ ਕਿਸਾਨ, ਉਹ ਸਾਰੇ ਇਹਦਾ ਬਹੁਤ ਹੀ ਅੱਛਾ ਹੈਗਾ ਉਹਨਾਂ ਦਾ ਯੋਗਦਾਨ ਰਿਹਾ। तो सानू सारिਆਂ ਨੂੰ ਇਹ ਗੱਲ ਸਲਾਉਣੀ ਚਾਹੀਦੀ ਹੈ ਔਰ ਆਸ ਕਰਨੀ ਚਾਹੀਦੀ ਹੈ ਕਿ ਹੁਣ ਇਹ ਜਿਹੜੀ ਹੈ ਅੰਦੋਲਨ ਵਾਲਾ ਕੰਮ ਇਹ ਸੈਟਲਮੈਂਟ ਹੋ ਜਾਏਗੀ ਕਿਸੇ ਨਾ ਕਿਸੇ ਜੀ। ਧੰਨਵਾਦ ਸਰ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ। ਤਾਂ ਮੱਲਨ ਸਾਹਿਬ, ਆਪਾਂ ਸ਼ਰਾਰਤਾਂ ਦਾ ਜ਼ਿਕਰ ਕਰ ਰਹੇ ਸੀ ਵੀ ਲੋਕ ਸਭਾ ਦੇ ਸੈਸ਼ਨ ਸ਼ੁਰੂ ਹੋਣ ਦੇ ਦਰਮਿਆਨ ਕਿਸ ਤਰ੍ਹਾਂ ਦੀ ਸ਼ਰਾਰਤ ਕੀਤੀ ਜਾ ਸਕਦੀ ਹੈ, ਕਿਉਂਕਿ ਅਜੇ ਵੀ ਖਤਰਾ ਆਪਾਂ ਜੇ ਕਹਿ ਲਈਏ ਟਲਿਆ ਨਹੀਂ ਹੈਗਾ। ਇਸ ਤਰ੍ਹਾਂ ਕਿ ਜਿਹੜੇ ਭਾਜੀ ਨੇ ਵੀ ਬੜਾ ਵਧੀਆ ਮਤਲਬ ਦੱਸੀਆਂ ਸਾਰੀਆਂ ਗੱਲਾਂ। ਡੈਫੀਨੇਟਲੀ ਇਹ ਏਕਤਾ ਜਿਹੜੀ ਬਣੀ ਰਹੀ ਹੈ ਔਰ ਜਿਹੜੇ ਆਗੂ ਸੀ ਜਿਹੜੇ ਉਹਨਾਂ ਦੇ ਪਿੱਛੇ ਲੱਗੇ ਸੀ ਉਹਨਾਂ ਨੇ ਗੱਲਾਂ ਮੰਨੀਆਂ ਔਰ ਸਤਰਕ ਰਹੇ, ਇਸ ਅੰਦੋਲਨ ਵਿੱਚ ਸਤਰਕ ਰਹੇ, ਡਿਊਟੀਆਂ ਵੰਡੀਆਂ ਆਪਸ 'ਚ ਔਰ ਇਹ ਵਰਲਡ ਲੈਵਲ ਤੇ ਹੀ ਗਿਆ ਔਰ ਵਰਲਡ ਲੈਵਲ ਤੇ ਇਹਨੂੰ ਨਕਾਰਿਆ ਗਿਆ ਕਿ ਇਹ ਗਲਤ ਕਾਨੂੰਨ ਜੇ ਲੈ ਕੇ ਆਏ ਗਏ ਨੇ ਤੇ ਗਲਤ ਨੇ। ਫੋਰ ਐਗਜ਼ਾਮਪਲ ਉਹਦੇ ਵਿੱਚ 4-5 ਬੰਦਿਆਂ ਨੂੰ ਜਾਂ 2 ਬੰਦਿਆਂ ਨੂੰ ਜਾਂ ਵੱਡੇ ਘਰਾਣਿਆਂ ਨੂੰ ਫਾਇਦਾ ਦੇਣ ਦੀਆਂ ਗੱਲਾਂ ਸੀ। ਬਿਲਕੁਲ ਮੈਂ ਪਹਿਲਾਂ ਵੀ ਦੱਸ ਚੁੱਕਾ ਕਿ ਜਦੋਂ ਖੇਤ 'ਚ ਕੋਈ ਫਸਲ ਬੋਈ ਜਾਂਦੀ ਹੈ, ਇਹ ਆંકੜੇ ਬੋਲਦੇ ਨੇ, ਮੈਂ ਨਹੀਂ ਬੋਲ ਰਿਹਾ ਕੋਲੋਂ, ਫਸਲ ਬੋਈ ਜਾਂਦੀ ਹੈ ਤੇ ਮੇਰੇ ਘਰ ਆਉਣ ਤੱਕ 40% ਦੀ ਵੇਸਟੇਜ ਹੈ ਜੀ। ਚਾਹੇ ਉਹ ਕਣਕ ਦਾ ਸਿੱਟਾ ਉੱਥੇ ਡਿੱਗਦਾ ਹੈ ਜਾਂ ਫਰੂਟ ਉੱਥੇ ਡਿੱਗਦਾ ਹੈ, ਰਸਤੇ 'ਚ ਡਿੱਗਦਾ ਹੈ, ਮੰਡੀ 'ਚ ਆ ਕੇ ਡਿੱਗਦਾ ਹੈ, ਪੈਕਿੰਗ ਵੇਲੇ ਖਰਾਬ ਹੁੰਦਾ ਹੈ, ਗਲਦਾ ਸੜਦਾ। ਸੋ 40% ਵੇਸਟੇਜ ਹੈ। ਜੇ ਅੱਜ ਵੀ ਮੇਰੇ ਕੰਟਰੀ ਦੇ ਬਿਜ਼ਨਸਮੈਨ ਇਹਦਾ ਵਪਾਰ ਕਰਨਾ ਚਾਹੁੰਦੇ ਹੋਣ, ਇਮਾਨਦਾਰੀ ਦਾ 40% ਤੇ ਵੇਸਟੇਜ ਸ਼ਰੇਆਮ ਦਿਖਦੀ ਪਈ ਹੈ। ਉਹ 40% ਦੀ ਵੇਸਟੇਜ ਹੀ ਕਮਾ ਲੈਣ। ਮੇਰੇ ਕਿਸਾਨ ਵੀਰ ਨੂੰ ਵੀ 4 ਪੈਸੇ ਵੱਧ ਮਿਲ ਜਾਣਗੇ, ਬਿਲਕੁਲ, ਤੇ ਉਹਨਾਂ ਨੂੰ ਵੀ 40% ਦਾ ਬੈਨੀਫਿਟ ਹੋ ਜਾਏਗਾ। 40 ਤੋਂ ਚਲੋ ਮੈਂ ਕਹਿੰਦਾ 35% ਦਾ ਹੋ ਜਾਏਗਾ ਜਾਂ 30% ਦਾ ਬੈਨੀਫਿਟ ਹੋ ਜਾਏਗਾ। ਤਾਂ ਬੈਨੀਫਿਟ ਉਸ ਤਰ੍ਹਾਂ ਆ ਜਾਏਗਾ ਜੀ। ਜਿੱਥੋਂ ਤੱਕ ਸ਼ਰਾਰਤ ਦੀ ਗੱਲ ਹੈ, ਇਹ ਵੀ ਹੋ ਸਕਦਾ ਕਿ ਸਟੇਟ ਵਾਈਜ਼ ਕੋਈ ਰਿਸਟ੍ਰਿਕਸ਼ਨਾਂ ਲਾ ਦੇਣ ਕਿ ਇਹ ਸਟੇਟ ਤੋਂ ਅਸੀਂ ਰਿਪੀਲ ਕਰਦੇ ਆ, ਇਹਦੇ ਤੇ ਰੱਖ ਲੈਂਦੇ ਆ। ਜਦ ਕਿ ਇਹਦੇ ਚਾਂਸਿਸ ਬੜੇ ਘੱਟ ਨੇ, ਕਿਉਂਕਿ ਜਦੋਂ ਕੋਈ ਕਾਨੂੰਨ ਬਣਦਾ ਨਾ, ਕਾਨੂੰਨ ਦੀ ਅਮੈਂਡਮੈਂਟ ਕਰਕੇ ਕੋਈ ਵੀ ਸਟੇਟ ਆਪਣੇ ਕੋਲ ਮੰਨ ਸਕਦੀ ਹੈ। ਹੁਣ ਪਹਿਲੀ ਸ਼ਰਾਰਤ ਕੀ ਹੋਈ ਸੀ ਕਿ ਜਦੋਂ ਬਾਦਲ ਸਰਕਾਰ ਸੀ ਜਿਸ ਵੇਲੇ, ਜਾਂ ਸਾਡੀ ਕਾਂਗਰਸ ਸਰਕਾਰ ਸੀ, ਜਦੋਂ ਇਹ ਕਾਨੂੰਨ ਬਣਿਆ ਉਦੋਂ ਉਹਨਾਂ ਕੋਲ ਵੀ ਇੱਕ ਕਾਪੀ ਪਹੁੰਚੀ ਸੀ ਸਹਿਮਤੀ ਲਈ, ਔਰ ਉਦੋਂ ਆਪਣੀਆਂ ਖਬਰਾਂ 'ਚ ਵੀ ਆਉਂਦਾ ਰਿਹਾ ਕਿ ਮੈਡਮ ਹਰਸਿਮਰਤ ਕੌਰ ਬਾਦਲ ਜਿਹੜੀ ਪੰਜਾਬ ਵੱਲੋਂ ਚੁਣੀ ਗਈ ਸੀ ਰਾਜ ਸਭਾ ਮੈਂਬਰ, ਉਹਨੇ ਵੀ ਸਹਿਮਤੀ ਦੇ ਦਿੱਤੀ, ਤੇ ਜਿਹੜੇ ਸਾਡੇ ਪੰਜਾਬ ਦੇ ਕਾਂਗਰਸ ਦੇ ਸੀਐਮ ਸਾਹਿਬ ਸੀ ਉਹਨਾਂ ਨੇ ਵੀ ਸਹਿਮਤੀਆਂ ਦੇ ਦਿੱਤੀਆਂ। ਬਾਅਦ ਵਿੱਚ ਜਨਤਾ ਨੂੰ ਦੱਸਣ ਲਈ ਕਿ ਮੈਂ ਲਾਗੂ ਨਹੀਂ ਹੋਣ ਦਿਆਂਗਾ, ਮੈਂ ਨਹੀਂ ਹੋਣ ਦਿਆਂਗਾ। ਇਸ ਤਰ੍ਹਾਂ ਥੋੜੀ ਹੁੰਦਾ ਹੈ। ਜਦੋਂ ਜਿਹੜਾ ਪਹਿਲਾ ਮੋਟੇਨੀਅਮ ਪੀਰੀਅਡ ਸੀ ਜਿਹਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਸੀ, ਰੋਕ ਸਕਦੇ ਸੀ, ਉਦੋਂ ਤੇ ਆਬਜੈਕਸ਼ਨਾਂ ਨਾਲ ਲਾਈਆਂ, ਬਾਅਦ ਚੋਂ ਕਿਉਂ ਲਾਈਆਂ? ਇਹਦਾ ਤੇ ਸਾਰਾ ਕ੍ਰੈਡਿਟ ਸਾਡੇ ਕਿਸਾਨ ਵੀਰਾਂ ਨੂੰ, ਉਹ ਭੈਣ ਭਰਾਵਾਂ ਨੂੰ ਜਿਨ੍ਹਾਂ ਨੇ ਇਹ 'ਚ ਸਹਿਯੋਗ ਦਿੱਤਾ ਹੈ, ਜਿਨ੍ਹਾਂ ਨੇ ਜਾ ਕੇ ਡਿਊਟੀਆਂ ਦਿੱਤੀਆਂ, ਜਾਂ ਜਿਹੜੇ ਵੀ NRI ਭੈਣ ਭਰਾਵਾਂ ਨੇ ਕਿਸੇ ਕਿਸਮ ਦਾ ਵੀ ਸਹਿਯੋਗ ਭੇਜਿਆ, ਚਾਹੇ ਹੱਲਾਸ਼ੇਰੀ ਦਾ, ਚਾਹੇ ਉਹ ਦੇਖੋ ਇੰਨਾ ਜ਼ਿਆਦਾ ਉਹਦਾ ਅਸਰ ਹੈ ਕਿ ਧਾਲੀਵਾਲ ਸਾਹਿਬ ਨੂੰ ਪਿੱਛੇ 에ਅਰਪੋਰਟ ਤੋਂ ਹੀ ਮੋੜਤਾ, ਬਿਲਕੁਲ, ਜਦ ਆਪਣੇ ਵਿਆਹ ਤੇ ਆਏ ਸੀ, ਘਰੇਲੂ ਵਿਆਹ ਤੇ ਆਏ ਸੀ। ਹੁਣ ਵੀ USA ਤੋਂ ਆਉਣ ਵਾਲੇ ਜਿਹੜੇ ਮਿਡਲ ਏਜ ਬੰਦੇ ਨੇ, ਜਾਂ ਕੈਨੇਡਾ ਤੋਂ ਆਉਣ ਵਾਲੇ ਜਿਹੜੇ ਉਧਰ ਦੇ ਸਿਟੀਜ਼ਨ ਹੋ ਚੁੱਕੇ ਨੇ, ਔਰ ਜਿਹੜੇ ਮਿਡਲ ਏਜ ਗਰੁੱਪ ਦੇ ਬੰਦੇ ਨੇ, ਮਤਲਬ 40 ਤੋਂ ਲੈ ਕੇ 60 ਸਾਲ ਵਾਲੇ ਬੰਦੇ ਜੇ ਮੈਂ ਕਹਾਂ, ਉਹਨਾਂ ਨੂੰ ਰਿਸਟ੍ਰਿਕਟਡ ਵੀਜ਼ਾ ਮਿਲਦਾ ਪਿਆ ਜੀ, ਮਹੀਨੇ ਦਾ। ਕਦੀ ਕਿਸੇ ਦੇ ਵੀਜ਼ੇ ਕੱਟੇ ਜਾਂਦੇ ਪਏ ਨੇ। ਮੇਰੇ ਵੀ ਕੁਝ ਫਰੈਂਡਸ ਆ ਰਹੇ ਨੇ ਤੇ ਉਹਨਾਂ ਨੇ ਦੱਸਿਆ ਵੀ ਸਾਨੂੰ ਇੰਨੀਆਂ ਦਿੱਕਤਾਂ ਆਉਂਦੀਆਂ ਪਈਆਂ। ਇੱਕ ਤੋਂ ਸਿਰਫ 30 ਦਿਨ ਦਾ ਵੀਜ਼ਾ ਦਿੱਤਾ ਹੈ, ਕਹਿੰਦੇ ਵੀ $3000 ਦੀ ਮੈਂ ਟਿਕਟ ਖਰੀਦੀ ਹੈ। $3000 ਦਾ ਮਤਲਬ ਕੋਈ 2.25 ਲੱਖ ਰੁਪਏ ਦੀ ਟਿਕਟ ਖਰੀਦੀ ਹੈ, ਜਿਹੜੀ 70-80 ਹਜ਼ਾਰ ਦੀ ਆਉਂਦੀ ਸੀ। ਤੇ ਇੰਨੀ ਦੀ ਟਿਕਟ ਲੈ ਕੇ ਮੈਂ ਸਿਰਫ ਇੰਡੀਆ ਵਿਆਹ ਵੇਖਣ ਆਵਾਂਗੀ, ਮੈਨੂੰ ਤਾਂ ਵਿਆਹ 5-6 ਲੱਖ 'ਚ ਪੈ ਜਾਣਾ, ਬਿਲਕੁਲ, ਕਹਿੰਦੇ 2-2.5 ਮਹੀਨੇ ਲਿਆਉਣੇ। ਸੋ ਇਸ ਤਰ੍ਹਾਂ ਦੀਆਂ ਕੁਝ ਰਿਸਟ੍ਰਿਕਸ਼ਨਾਂ, ਪਲੱਸ ਸਰਕਾਰ ਇਸ ਗੱਲ ਦਾ ਬਦਲਾ ਹੁਣ ਕਿਸ ਤਰੀਕੇ ਲਏਗੀ, ਸਾਡੀਆਂ ਗਰੰਟਾਂ ਦੇਗੀ ਸਾਡੇ ਨਾਲ, ਕਿਉਂਕਿ ਖੁੰਦਕ 'ਚ ਤੇ ਪੰਜਾਬ ਹੈ ਸਾਹਮਣੇ ਹੁਣ ਜੀ, ਪਰ ਦੂਜੇ ਪਾਸੇ ਕਹੀਏ ਤੇ ਇਲੈਕਸ਼ਨਾਂ ਵੀ ਸਾਹਮਣੇ ਹੈ। ਸੋ ਸਾਡੇ ਨਾਲ ਬਤਰਾਏ ਭਰਾ ਦਾ ਰਵੱਈਆ ਵਰਤਾਇਆ ਜਾਂਦਾ ਹੈ, ਕਿ ਚੰਗੇ ਭਰਾ ਦਾ ਰਵੱਈਆ ਵਰਤਾਇਆ ਜਾਂਦਾ ਹੈ। ਪਾਕਿਸਤਾਨ ਨਾਲ ਸਾਡਾ ਬਾਰਡਰ ਲੱਗਦਾ ਹੈ, ਟ੍ਰੇਡ ਉੱਥੋਂ ਸ਼ੁਰੂ ਹੁੰਦੀ ਹੈ, ਉਹਦੇ ਨਾਲ ਵੀ ਕਈ ਘਰ ਚੱਲਦੇ ਨੇ ਜੀ। ਸੋ ਜੰਮੂ ਕਸ਼ਮੀਰ ਦਾ ਬਾਰਡਰ ਸਾਡੇ ਨਾਲ ਲੱਗਦਾ ਹੈ। ਸੋ ਕਈ ਸਾਰੀਆਂ ਗੱਲਾਂ ਨੇ। ਹੁਣ ਉਹਦੇ ਵਿੱਚ ਕੀ ਵਤੀਰਾ ਹੁੰਦਾ ਹੈ ਕਿ ਅਸੀਂ ਅੰਦੋਲਨ 'ਚ ਆਗੂ ਸੀ,
ਕਿ ਮੈਂ ਵੀ ਉਦੋਂ ਕਿਹਾ ਸੀ ਪਿਛਲੇ ਪ੍ਰੋਗਰਾਮਾਂ 'ਚ ਵੀ ਕਿ ਜੇ ਸਰਕਾਰ ਕਹਿੰਦੀ ਹੈ ਕਾਨੂੰਨ ਬਹੁਤ ਵਧੀਆ ਜੀ, ਜਾਂ ਸੋ ਕਾਲਡ ਜਿਹੜੇ ਵੀ ਉਹਨਾਂ ਦੇ ਨੁਮਾਇੰਦੇ ਕਹਿੰਦੇ ਸੀ ਵੀ ਕਾਨੂੰਨ ਬਹੁਤ ਵਧੀਆ, ਮੈਂ ਤੇ ਇੱਕੋ ਗੱਲ ਕਹੀ ਕਿ ਬਿਹਾਰ ਵਿੱਚ ਤੁਹਾਡੇ ਕੰਟਰੈਕਟ ਫਾਰਮਿੰਗ ਦਾ ਕਾਨੂੰਨ ਚੱਲਦਾ ਪਿਆ, ਬਿਲਕੁਲ, ਮੱਧ ਪ੍ਰਦੇਸ਼, ਕੇਰਲਾ 'ਚ 6-7 ਸਟੇਟਾਂ ਐਸੀਆਂ ਨੇ ਜਿਹੜੀਆਂ ਇਸ ਕੰਟਰੈਕਟ ਫਾਰਮਿੰਗ ਦੇ ਉੱਤੇ ਕੰਮ ਕਰਦੀਆਂ, ਉਹਦੇ ਸਕਸੈਸ ਮਾਡਲ ਦਿਖਾ ਦਿਓ ਸਾਨੂੰ। ਜੇ ਬਿਹਾਰ ਜਾਂ ਯੂਪੀ 'ਚ ਕੰਟਰੈਕਟ ਫਾਰਮਿੰਗ ਚੰਗੀ ਹੁੰਦੀ ਜੀ, ਸਾਡੇ ਤੋਂ ਵਧੀਆ ਉਪਜਾਊ ਖੇਤੀ ਆ ਉੱਥੇ, ਤੇ ਉੱਥੋਂ ਦੇ ਬੰਦੇ ਸਾਡੇ ਇੱਥੇ ਆ ਕੇ ਕੰਮ ਕਰਦੇ, ਬਿਲਕੁਲ, ਅਸੀਂ ਪੰਜਾਬੀ ਉਹਨਾਂ ਦੇ ਜਾ ਕੇ ਉੱਥੇ ਕੋਲ ਉਹਨਾਂ ਦੇ ਖੇਤਾਂ 'ਚ ਕੰਮ ਕਰਦੇ। ਸੋ ਇਹ ਗੱਲਾਂ ਬੜੀਆਂ ਸੋਚਣ ਵਾਲੀਆਂ ਨੇ, ਔਰ ਸਰਕਾਰ ਨੇ ਸੋਚਿਆ ਸੀ ਕਿ ਅਸੀਂ ਆਪਣੀ ਗੁੰਡਾਗਰਦੀ ਕਰ ਲਾਂਗੇ, ਮੈਜੋਰਿਟੀ ਜਾਂ ਕੁਝ ਵੀ ਆ। ਨੋ ਡਾਊਟ ਸਰਕਾਰ ਨੇ ਕਈ ਬੜੇ ਚੰਗੇ ਕੰਮ ਕੀਤੇ ਨੇ, ਬੜੇ ਚੰਗੇ ਕਈ ਕੰਮ ਕੀਤੇ ਨੇ, ਬਟ ਉਹੀ ਗੱਲ ਹੈ ਕਿ ਇਹ ਵਾਲਾ ਕੰਮ ਜਿਹੜਾ ਉਹਨਾਂ ਨੇ ਕੀਤਾ, ਔਰ ਸੱਚਾਈ ਦੱਸ ਰਿਹਾ ਕਿ ਅਸੀਂ 1000 ਰੁਪਏ ਕਿਲੋ ਗੋਭੀ ਖਾਇਆ ਕਰਨੀ ਸੀ ਜੀ, ਖਾਣੀ ਸੀ, ਕਣਕ ਵੀ 1500-2000 ਰੁਪਏ ਕਿਲੋ ਖਾਣੀ ਸੀ, ਅੱਜ ਵੀ ਅਵੇਲੇਬਲ ਹੈ ਸਟੋਰਾਂ ਤੇ। ਆਰਗੈਨਿਕ ਦੇ ਨਾਂ ਤੇ ਧੋਖੇ ਚੱਲਦੇ ਪਏ ਨੇ, ਬਿਲਕੁਲ, ਫਿਰ ਫਰੈਸ਼ ਫਾਰਮ ਦੇ ਨਾਂ ਤੇ ਧੋਖੇ ਚੱਲਦੇ ਪਏ ਨੇ, ਮਤਲਬ 2 ਰੁਪਏ ਕਿਲੋ ਛੱਲੀ ਲੈ ਕੇ 80 ਰੁਪਏ ਦੀ ਇੱਕ ਛੱਲੀ ਵੇਚੀ ਜਾ ਰਹੀ ਹੈ ਜੀ, ਅਵੇਲੇਬਲ ਹੈ। ਔਰ ਇਹਨਾਂ ਚੀਜ਼ਾਂ ਦਾ ਅਸਰ ਸਾਡੀਆਂ ਜੇਬਾਂ ਤੇ ਹੁਣ ਇਨਡਾਇਰੈਕਟ ਕਿੱਦਾਂ ਆਇਆ ਕਿ ਸਾਡੀਆਂ ਨਾਰਮਲ ਮੰਡੀਆਂ 'ਚ ਵੀ ਰੇਟ ਵੱਧ ਗਏ ਨੇ, ਬਿਲਕੁਲ, ਬਹਾਨਾ ਬਣਾਤਾ ਜੀ ਕਿਸਾਨ ਅੰਦੋਲਨ ਤੇ ਗਏ ਨੇ, ਸਾਡੇ ਕੋਲ ਫਸਲ ਨਹੀਂ ਆ ਰਹੀ, ਏਦਾਂ ਥੋੜੀ ਹੋਇਆ। ਸੋ ਹੁਣ ਇਨਡਾਇਰੈਕਟ ਮਾਰ ਵੱਜੇਗੀ, ਜਿਵੇਂ ਪੈਟਰੋਲ ਡੀਜ਼ਲ ਦੇਖੋ ਕਿੱਥੇ ਪਹੁੰਚਾਤਾ, 100 ਟਪਾਤਾ, 30-40 ਰੁਪਏ ਤੋਂ 50 ਰੁਪਏ ਤੋਂ ਡੀਜ਼ਲ ਵਿਦਿਨ 1 ਈਅਰ 100 ਤੇ ਪਹੁੰਚਾਤਾ, ਬਿਲਕੁਲ। ਹੁਣ ਇਲੈਕਸ਼ਨ ਨੇੜੇ ਆ ਗਏ ਤੇ 10-10 ਰੁਪਏ ਦਾ ਰਿਲੀਫ ਦਿੱਤਾ ਜੀ, ਜਨਤਾ ਨੂੰ ਪਾਗਲ ਬਣਾਤਾ ਗਿਆ, ਲੋਲੀਪੌਪ ਦਿੱਤੇ ਜਾ ਰਹੇ ਨੇ, ਲੋਲੀਪੌਪ ਵੀ ਕੱਲਾ ਤੀਲਾ ਦਿੱਤਾ ਜਾ ਰਿਹਾ, ਲੋਲੀਪੌਪ ਤੇ ਹੈ ਨਹੀਂ ਉਹਦੇ ਤੇ ਜੀ, ਕੱਲਾ ਤੀਲਾ ਬਣਾਤਾ ਤੇ ਇਹਦੇ ਤੇ ਲੋਲੀਪੌਪ ਕਦੀ ਤੇ ਲੱਗੇਗਾ, ਕਦੀ ਤੇ ਤੂੰ ਚੂਸੇਗਾ ਜੀ। ਜਨਤਾ ਵਿਚਾਰੀ ਦੇਖੋ, ਇਹ ਅੰਦੋਲਨ ਕਿਸੇ ਹੋਰ ਵਰਗ ਦਾ ਹੁੰਦਾ ਸ਼ਾਇਦ ਉਹ ਨਾ ਜਿੱਤ ਪਾਉਂਦੇ, ਬਿਲਕੁਲ। ਕਿਸਾਨ ਵੀਰ ਸੀ, ਕਿਸਾਨ ਵੀਰਾਂ 'ਚ ਇੱਕ ਸਭ ਤੋਂ ਵੱਡਾ ਏਕਾ ਜ਼ਰੂਰ ਹੈ। ਇੱਕ ਕਿਸਾਨ ਵੀਰ ਦੇ ਘਰ 'ਚ ਕੋਈ ਮਜਬੂਰੀ ਆ ਜੇ ਨਾ, ਤੇ ਉਹਦਾ ਗਵਾਂਢੀ ਉਹਦੀ ਫਸਲ ਵੱਢ ਕੇ ਉਹਦੇ ਘਰੇ ਪਹੁੰਚਾ ਦਿੰਦਾ, ਇੰਨੀ ਇਮਾਨਦਾਰੀ ਅੱਜ ਵੀ ਹੈ, ਬਿਲਕੁਲ। ਔਰ ਲੋੜ ਪੈਣ ਤੇ ਜੇ ਪਿਆਰ ਬਣਿਆ ਉਹਦੇ ਬੋ ਵੀ ਦਿੰਦਾ, ਲੋ ਬੀਜ ਵੀ ਦਿੱਤੀ ਜੇ। ਸੋ ਇਹ ਕਈ ਸਾਰੀਆਂ ਗੱਲਾਂ। ਹੁਣ ਸਟਬਲ ਬਰਨਿੰਗ ਦੀ ਜੇ ਮੈਂ ਗੱਲ ਕਰਾਂ, ਬੁੱਥੇ ਸਾੜਨ ਦੀ ਗੱਲ ਜੀ, ਬੁੱਥੇ ਸਾੜਨ ਤੋਂ ਜ਼ਿਆਦਾ ਹੋਰ ਚੀਜ਼ਾਂ ਧੂਆਂ ਕਰ ਰਹੀਆਂ, ਦੀਵਾਲੀ ਦੇ ਪਟਾਕੇ ਤੋਂ ਜ਼ਿਆਦਾ ਹੋਰ ਚੀਜ਼ਾਂ ਧੂਆਂ। ਇਹਨਾਂ ਦੀ ਜਿਹੜੀ ਵੱਡੀ ਵੱਡੀ ਇੰਡਸਟਰੀ ਲੱਗੀ ਹੈ, ਜਿਹੜੀ ਰੋਜ਼ ਟਨਾਂ ਦੇ ਹਿਸਾਬ ਨਾਲ ਧੂਆਂ ਦੇ ਰਹੀ ਹੈ, ਬਿਲਕੁਲ। ਸ਼ਹਿਰ 'ਚ ਕੂੜੇ ਦੇ ਢੇਰ ਜਿਹੜੇ ਲੱਗੇ ਨੇ, ਜਿਹੜੇ ਸੋ ਕਾਲਡ ਕਚਰਾ ਇਕੱਠਾ ਕਰਨ ਵਾਲੀਆਂ ਥਾਵਾਂ, ਉੱਥੇ ਧੂਆਂ ਲਾ ਰਿਹਾ ਜੀ। ਪਰ ਹੁਣ ਕਿਸਾਨਾਂ ਦੇ ਪਰਚੇ ਕਰੋ ਕਿਉਂਕਿ ਇਹ ਧੂਏ ਕਰ ਰਹੇ ਨੇ, ਕਿਸਾਨ ਨੂੰ ਫੈਸਿਲਿਟੀ ਕੀ ਦੇ ਰਹੇ ਹੋ ਜੀ? ਕਿਸਾਨ ਨੂੰ ਸਟਬਲ ਬਰਨਿੰਗ ਤੋਂ ਬਚਾਉਣ ਲਈ ਬੁੱਥੇ ਕੱਢਣ ਵਾਲੀ ਕਿੰਨੀਆਂ ਕੁ ਮਸ਼ੀਨਾਂ ਦਿੱਤੀਆਂ, ਔਰ ਕਿੰਨੇ ਕੁ ਬੁੱਥੇ। ਜੇ ਤੁਸੀਂ ਕਿਸੇ ਵੀ ਕਿਸਾਨ ਦਾ, ਮੈਂ ਕਹਿੰਦਾ ਐਕਸਪਰਟ ਅਵੇਲੇਬਲ ਨੇ ਸਾਡੇ ਕੋਲ, ਆਪਾਂ ਕਿਸੇ ਦਿਨ ਐਕਸਪਰਟਸ ਨੂੰ ਨਾਲ ਲਈਏ ਜੀ। ਇਹਨਾਂ ਦੇ ਆંકੜੇ ਮੈਂ ਪਹਿਲਾਂ ਵੀ ਲਏ ਸੀ, ਦੁਬਾਰਾ ਲੈ ਲੂੰਗਾ। ਫਸਲ ਬੀਜਣ ਤੋਂ ਲੈ ਕੇ, ਪਹਿਲੀ ਫਸਲ ਬੀਜਣ ਤੋਂ ਲੈ ਕੇ ਅਗਲੀ ਫਸਲ ਬੀਜਣ ਤੱਕ ਇੱਕ ਸਾਈਕਲ ਹੈ। ਪਹਿਲੀ ਫਸਲ ਜੋ ਬੀਜੀ, ਉਹਨੂੰ ਕੱਟੀ, ਉਹਦੇ 'ਚ ਤੂੜੀ ਕੱਢੀ, ਉਹਦੇ 'ਚ ਦਾਣਾ ਕੱਢਿਆ, ਫਿਰ ਉਹ 'ਚੋਂ ਬੁੱਥੇ ਕੱਢੇ, ਪਾਣੀ ਲਾਇਆ, ਖਾਦ ਲਾਈ। ਕੈਲਕੂਲੇਟ ਕਰੋ ਤੇ ਜੇ ਮੈਂ ਝੋਨੇ ਦੀ ਗੱਲ ਕਰਾਂ, ਨਾਰਮਲ IR 8 ਜਿਹੜੀ ਜਾਂ ਕੋਈ ਹੋਰ ਜਿਹੜਾ ਚਾਵਲ ਲੱਗਦਾ ਜੀ, 17.5 ਰੁਪਏ ਕਿਲੋ ਦਾ ਵਿਕਦਾ ਮੰਡੀ 'ਚ, ਤੇ 22 ਰੁਪਏ ਕਿਸਾਨ ਦੀ ਕਾਸਟ ਹੈ ਆਪਣੀ। ਤੇ ਕਿਸਾਨ ਖੁਦਕੁਸ਼ੀ ਕਿਉਂ ਨਾ ਕਰੇ? 9000 ਕਰੋੜ ਰੁਪਇਆ, 22000 ਕਰੋੜ ਰੁਪਇਆ, 15000 ਕਰੋੜ ਰੁਪਇਆ ਰਾਈਟ ਆਫ ਕਰਤਾ ਬੈਂਕਾਂ ਨੇ, ਮਾਲਿਆ ਦਾ, ਮੋਦੀ ਦਾ, ਹੋਰ ਬੰਦਿਆਂ ਦਾ। ਕਿਸਾਨ ਦਾ 50000 ਕਰਜ਼ਾ ਮਾਫ ਨਹੀਂ ਕਰਦੇ ਜੀ, ਉਹਦੇ ਘਰ ਦੀ ਕੁਰਕੀ ਕਰਨ ਤੱਕ ਜਾਂਦੇ ਨੇ, ਬਿਲਕੁਲ। ਸੋ ਇਹ ਵਿਤਕਰਾ ਕਿਉਂ ਹੋ ਰਿਹਾ? ਕਿਉਂ ਨਹੀਂ ਇਹਨਾਂ ਵਾਸਤੇ ਈਜ਼ੀ ਲੋਨ? ਜਾਪਾਨ 1% ਦੇ ਪੈਸਾ ਦੇਣ ਨੂੰ ਤਿਆਰ ਹੈ, ਵਰਲਡ ਬੈਂਕ ਇਹਨਾਂ ਨੂੰ ਫ੍ਰੀ ਗ੍ਰਾਂਟ ਪੈਸਾ ਦੇਣ ਨੂੰ ਤਿਆਰ ਹੈ ਜੀ। ਨੋ ਡਾਊਟ ਉਹਦੇ 'ਚ ਸਾਡੇ ਕਿਸਾਨ ਵੀਰਾਂ ਨੂੰ ਵੀ ਜ਼ਿੰਮੇਦਾਰ ਹੋਣਾ ਪਏਗਾ ਵੀ ਜੇ ਪੈਸਾ ਲਿਆ ਤੇ ਮੋੜਨਾ ਵੀ ਹੈ, ਬਿਲਕੁਲ। ਜੇ ਤੁਸੀਂ ਉਹਦੇ 'ਚ ਵੀ ਕੰਡੀਸ਼ਨਾਂ ਲਾ ਦਿਓ ਵੀ ਇੰਨੀ ਦੇਰ 'ਚ ਮੋੜੋਗੇ ਤੇ ਇੰਨੇ %, ਇੰਨੀ ਦੇਰ 'ਚ ਮੋੜੋਗੇ ਤੇ ਇੰਨੇ %, ਉਹਦੀ ਪਰਸੈਂਟੇਜ ਲਾ ਦਿਓ। ਸਾਡੇ ਆੜਤੀਏ ਜਿਹੜੇ ਭਰਾ ਨੇ, ਉਹਨਾਂ ਦੀ ਵੀ ਆਮਦਨ ਦਾ ਜਰੀਆ ਇਹਦੇ 'ਚੋਂ ਹੀ ਚੱਲਦਾ ਸੀ ਜੀ। ਔਰ ਕਈ ਸਾਰੀਆਂ ਚੀਜ਼ਾਂ ਨੇ। ਹੁਣ ਦੇਖੋ, ਕਾਨੂੰਨ ਨਵਾਂ ਜਦੋਂ ਆਉਣਾ ਹੈ, ਉਹਦੇ ਵਿੱਚ ਕਿਹੜੇ ਕਿਹੜੇ ਪੱਖ ਦਾ ਧਿਆਨ ਰੱਖਿਆ ਜਾਂਦਾ। ਔਰ ਮੈਂ ਤੇ ਆਪਣੇ ਸਾਰੇ ਆਗੂ ਭੈਣ ਭਰਾਵਾਂ ਨੂੰ ਇਹੋ ਬੇਨਤੀ ਕਰੂੰਗਾ ਕਿ ਆਪਣੇ ਵੱਲੋਂ ਇੱਕ ਬਿੱਲ ਬਣਾ ਕੇ ਦਿੱਤਾ ਜਾਵੇ ਜੀ, ਕਿ ਜਦੋਂ ਵੀ ਤੁਸੀਂ ਹੁਣ ਫਾਰਮਿੰਗ ਦੇ ਉੱਤੇ ਕੋਈ ਵੀ ਕਾਨੂੰਨ ਬਣਾਉਣਾ। ਇੱਕ ਮੈਡਮ ਤੁਹਾਨੂੰ ਹੋਰ ਗੱਲ ਦੱਸਣਾ, ਦਰਸ਼ਕ ਵੀ ਉਹਦੇ
ਜਿਹੜੇ ਟੈਕਨੀਕਲ ਦਰਸ਼ਕ ਨੇ, ਮੈਂ ਕਿਸੇ ਸਾਇੰਟਿਸਟ ਨਾਲ ਗੱਲ ਕੀਤੀ, ਸਰ ਜਿਹੜਾ ਬੀਜ ਸਾਨੂੰ ਉਹਨਾਂ ਨੇ ਦੇਣਾ ਹੈ ਕੰਟਰੈਕਟ ਫਾਰਮਿੰਗ ਵਾਲਿਆਂ ਨੇ, ਉਹਦਾ ਕੀ ਹਸ਼ਰ ਹੋ ਸਕਦਾ ਅੱਗੋਂ? ਬਿਲਕੁਲ। ਉਹਨਾਂ ਨੇ ਕਿਹਾ ਮੱਲਨ ਸਾਹਿਬ ਇੱਕ ਗੱਲ ਯਾਦ ਰੱਖਣਾ, ਪੌਦੇ 'ਚ ਅਗਲਾ ਪੌਦਾ ਪੈਦਾ ਕਰਨ ਦੇ ਬੀਜ ਨੇ, ਇਸੇ ਤਰ੍ਹਾਂ ਇਨਸਾਨ 'ਚ ਵੀ ਨੇ। ਉਹਦੀ ਇੱਕ ਪ੍ਰਕਿਰਿਆ ਹੈ ਕਿ ਇੱਕ ਇਨਸਾਨ ਅਗਲਾ ਬੱਚਾ ਕਿਵੇਂ ਪੈਦਾ ਕਰ ਸਕਦਾ ਹੈ, ਇਸੇ ਤਰ੍ਹਾਂ ਇੱਕ ਖੇਤ ਵਿੱਚ ਉੱਗਿਆ ਪੌਦਾ ਅੱਗੋਂ ਕਿੱਦਾਂ ਆਪਣੇ ਪੌਦੇ ਪੈਦਾ ਕਰ ਸਕਦਾ ਹੈ। ਸੋ ਜਦੋਂ ਸਾਨੂੰ ਬੀਜ ਕੰਟਰੈਕਟ ਫਾਰਮਿੰਗ ਵਾਲੀ ਕੰਪਨੀ ਨੇ ਦੇਣਾ ਹੈ, ਉਹਦੇ ਤੋਂ ਜਿਹੜਾ ਬੀਜ ਪੈਦਾ ਹੋਣਾ ਹੈ, ਪਹਿਲੀ ਵਾਰ ਜਿਹੜਾ ਖੇਤ 'ਚੋਂ ਮੰਨ ਲਓ ਖੀਰਾ ਵੀ ਉੱਗਣਾ ਹੈ, ਉਸ ਖੀਰੇ 'ਚੋਂ ਬੀਜ ਹੀ ਨਹੀਂ ਹੋਣਾ ਕਿ ਅਗਲੀ ਵਾਰ ਉਹ ਖੀਰਾ ਆਪਣੇ ਖੀਰੇ 'ਚੋਂ ਖੀਰਾ ਪੈਦਾ ਕਰ। ਬਿਲਕੁਲ। ਕਹਿਣ ਦਾ ਭਾਵ ਬੰਦੂਆ ਮਜ਼ਦੂਰੀ ਹੋ ਜਾਣੀ ਹੈ। ਅੱਜ ਬੀਜ ਉਹਨੇ ਮੈਨੂੰ ਦਿੱਤਾ 5 ਰੁਪਏ ਕਿਲੋ, ਅਗਲੀ ਵਾਰੀ ਜਦੋਂ ਫੇਰ ਦਿੱਤਾ 5 ਦੀ ਜਗ੍ਹਾ 7 ਕਰ ਦੇਗਾ ਜੀ। 5 ਸਾਲਾਂ ਬਾਅਦ ਉਹ 500 ਰੁਪਏ ਕਿਲੋ ਬੀਜ ਦੇਗਾ ਤੁਹਾਨੂੰ, ਕਿਉਂਕਿ ਉਦੋਂ ਤੱਕ ਤੁਹਾਡੇ ਕੋਲ ਓਰੀਜਨਲ ਬੀਜ ਹੀ ਖਤਮ ਹੋ ਜਾਣਾ ਜੀ, ਜਿਹਦੇ ਤੋਂ ਤੁਸੀਂ ਉਹ ਖੇਤੀ ਕਰ ਸਕੋ, ਜਿਹਦੇ ਵਿੱਚੋਂ ਔਰ ਉਸ ਫਲ ਜਾਂ ਸਬਜ਼ੀ ਜਾਂ ਫਰੂਟ ਨੂੰ ਖਾਣ ਤੋਂ ਬਾਅਦ ਜਿਹੜਾ ਇਨਸਾਨ ਉਹਨੂੰ ਖਾਏਗਾ ਉਹਦਾ ਵੀ ਰੀਪਰੋਡਕਸ਼ਨ ਸਿਸਟਮ ਡੈਮੇਜ ਹੋਏਗਾ ਜੀ। ਇਹ ਸਾਇੰਟਿਸਟ ਨੇ ਕੱਢੇ ਹੋਏ ਤੱਤ ਨੇ, ਜਿਹੜੇ ਮੈਂ ਬੜੇ ਅਨਪੜ੍ਹ ਤਰੀਕੇ ਨਾਲ ਆਪਣੀ ਜਨਤਾ ਨੂੰ ਜਾਂ ਆਪਣੇ ਲੋਕਾਂ ਨੂੰ ਦੱਸ ਰਿਹਾ। ਮੈਂ ਤੇ ਇਹ ਬੇਨਤੀ ਕਰੂੰਗਾ ਕਿ ਇਹ ਬੀਜ ਲੈਣਾ ਵੀ ਬੰਦ ਕਰਨ। ਜਿਹੜੀਆਂ ਕੀਟਨਾਸ਼ਕ ਦਵਾਈਆਂ ਜਿਹੜਾ ਡਾਕਟਰ ਤੋਂ 5 ਗ੍ਰਾਮ ਤੋਂ ਚੱਲਦੀ ਹੈ ਤੇ ਕਿਲੋ ਤੱਕ ਜਾ ਕੇ ਲੀਟਰ ਤੱਕ ਜਾ ਕੇ ਸਪਰੇ ਹੁੰਦੀ ਹੈ, ਉਹਦੀ ਥਾਂ ਤੇ ਹੋਰ ਬੜੇ ਦੇਸੀ ਨੁਸਖੇ ਨੇ ਜਿਹਦੇ 'ਚ ਚੰਗੇ ਰਿਜ਼ਲਟ ਆਉਂਦੇ ਨੇ। ਅੱਜ ਕੱਲ ਪਿੱਛੇ ਜੇ ਨਰਮੇ 'ਚ ਇਹੋ ਜਿਹੀ ਸੁੰਡੀ ਆਈ ਕਿ ਬਾਹਰੋਂ ਦੇਖਣ ਨੂੰ ਪੂਰਾ ਫੁੱਲ ਬਿਲਕੁਲ ਠੀਕ ਜੀ, ਉਹਨੂੰ ਖੋਲੋ ਉਹਦੇ ਵਿੱਚ ਸੁੰਡੀ ਹੈ। ਸੁੰਡੀ ਬਿਲਕੁਲ, ਸੁੰਡੀ ਕਿਧਰੋਂ ਅੰਦਰ ਵੜੀ ਕੁਝ ਨਹੀਂ ਪਤਾ। ਯਾਨੀ ਕਿ ਜਾਨਵਰਾਂ ਨੇ ਵੀ ਉਹ ਕੀਟਾਂ ਨੇ ਵੀ ਇਹੋ ਜਿਹੀ ਆਪਣੀ ਰੈਜ਼ਿਸਟੈਂਸ ਪੈਦਾ ਕਰ ਲਈ, ਇਹੋ ਜਿਹੀ ਟੈਕਨੀਕ ਲੱਭ ਲਈ ਕਿ ਤੁਸੀਂ ਉਹਨਾਂ ਨੂੰ ਮਾਰ ਹੀ ਨਹੀਂ ਸਕਦੇ ਜੀ। ਜਿਹੜੇ ਕੈਮੀਕਲ ਸਾਇੰਸ ਦੇ ਬੰਦੇ ਨੇ ਉਹ ਇਹੋ ਜਿਹੀ ਦਵਾਈ ਸਪਰੇ 'ਚ ਦਵਾਈ ਪਾਉਂਦੇ ਨੇ ਕਿ ਉਹ ਪੱਤੇ ਦੇ ਅੰਦਰ ਤੱਕ ਚਲੀ ਜਾਏਗੀ ਜੀ। ਇਹਦਾ ਮਤਲਬ ਜਿਹੜੀ ਪੌਦੇ ਦੇ ਅੰਦਰ ਤੱਕ, ਉਹ ਪਹਿਲਾਂ ਤੇ ਜ਼ਹਿਰ ਦਾ ਸਪਰੇ ਬਾਰ-ਬਾਰ ਸੀ, ਹੁਣ ਜ਼ਹਿਰ ਦਾ ਸਪਰੇ ਖਾਣੇ ਵਾਲੀ ਚੀਜ਼ ਦੇ ਅੰਦਰ ਤੱਕ ਚਲਾ ਗਿਆ ਜੀ। ਸੋ ਹੁਣ ਅੱਗੋਂ ਸਾਡੀ ਖੇਤੀ ਨੂੰ ਕਿਸ ਤਰ੍ਹਾਂ ਦਾ ਰੂਪ ਦਿੱਤਾ ਜਾਂਦਾ ਹੈ, ਕਿੱਦਾਂ ਦੀਆਂ ਫਰਟੀਲਾਈਜ਼ਰ ਦਿੱਤੇ ਜਾਂਦੇ ਨੇ, ਕਿਸ ਤਰ੍ਹਾਂ ਦੀਆਂ ਗ੍ਰਾਂਟਾਂ ਦਿੱਤੀਆਂ ਜਾਂਦੀਆਂ, ਇਹ ਤੇ ਹੁਣ ਪਤਾ ਲੱਗੇਗਾ ਕਿ ਸਰਕਾਰ ਕਿਸ ਰੁਖ ਜਾਂਦੀ ਹੈ ਜੀ। ਤੇ ਕਿਸਾਨ ਭਰਾਵਾਂ ਨੂੰ ਇਹ ਸਲਾਹ ਹੈ ਕਿ ਆਪਣੇ ਸਟੋਰ ਬਣਾਉਣ, ਕਿਸਾਨੀ ਸਟੋਰ ਬਣਾਉਣ ਜਗ੍ਹਾ ਜਗ੍ਹਾ ਤੇ, ਜਿਹਦੇ ਪਿੱਛੇ 50-100 ਕਿੱਲੇ ਪੈਲੀ ਹੈ, ਉਹਦੇ ਬਾਹਰ ਇੱਕ ਛੋਟੀ ਜਿਹੀ ਦੁਕਾਨ ਬਣਾ ਕੇ ਉੱਥੇ ਉਹ ਮਾਲ ਵੇਚਣ ਜੀ। ਡਾਇਰੈਕਟ ਮਾਲ ਕਸਟਮਰ ਤੱਕ ਜਾਏਗਾ, 4 ਪੈਸੇ ਤੁਹਾਨੂੰ ਵੱਧ ਮਿਲਣਗੇ, ਸਾਨੂੰ ਚੰਗੀ ਸਬਜ਼ੀ ਚੰਗਾ ਸਮਾਨ ਮਿਲੇਗਾ ਖਾਣ ਨੂੰ, ਬਿਲਕੁਲ, ਔਰ ਤੁਹਾਡੀ ਵੀ ਆਮਦਨ ਵਧੇਗੀ ਜੀ। ਬਿਲਕੁਲ ਮੱਲਨ ਸਾਹਿਬ, ਅਸੀਂ ਗੱਲ ਕਰ ਰਹੇ ਸੀ ਵੀ ਕਿ ਇੱਕ ਕਾਨੂੰਨ ਕਿਸ ਤਰ੍ਹਾਂ ਰੱਦ ਹੋ ਸਕਦੇ ਨੇ। ਜਦੋਂ ਕੋਈ ਕਾਨੂੰਨ ਆਉਂਦਾ ਤਾਂ 2 ਸਦਨਾਂ ਦੇ ਵਿੱਚੋਂ ਗੁਜ਼ਰਨ ਤੋਂ ਬਾਅਦ ਉਹ ਕਾਨੂੰਨ ਪਾਸ ਹੁੰਦਾ ਹੈ ਜੀ। ਜਿਸ ਤਰ੍ਹਾਂ ਪ੍ਰਧਾਨ ਮੰਤਰੀ ਮੋਦੀ ਹੋਰਾਂ ਨੇ ਐਲਾਨ ਕੀਤਾ ਹੈ ਵੀ ਇਸ ਮਹੀਨੇ ਦੇ ਅਖੀਰ ਤੱਕ ਉਹ ਇਹਨਾਂ ਨੂੰ ਰੱਦ ਕਰ ਦੇਣਗੇ, ਕਿ ਅਸਲ ਦੇ ਵਿੱਚ ਇਸ ਮਹੀਨੇ ਦੇ ਅਖੀਰ ਤੱਕ ਰੱਦ ਹੋ ਜਾਣਗੇ, ਕਿਉਂਕਿ 29 ਤੋਂ ਪਾਰਲੀਮੈਂਟ ਦਾ ਸੈਸ਼ਨ ਹੈ, ਸਮਾਂ ਮਹਿਜ 2 ਜਾਂ 3 ਦਿਨਾਂ ਦਾ ਹੈ। ਉਸ ਦੇ ਵਿੱਚ ਆਪਾਂ ਲੋਕ ਸਭਾ ਦੇ ਵਿੱਚ ਵੀ ਰਿਪੀਲ ਕਰਾਉਣੇ ਨੇ, ਉਸ ਤੋਂ ਬਾਅਦ ਰਾਜ ਸਭਾ ਦੇ ਵਿੱਚ ਵੀ ਭੇਜਣੇ ਨੇ। ਕਿ ਇੰਨਾ ਕੁ ਸਮਾਂ ਸੀਮਤ ਹੈ ਇਹਨਾਂ ਨੂੰ ਰੱਦ ਕਰਨ ਦੇ ਲਈ? ਜੀ ਕੰਮ ਤੇ ਬੜਾ ਛੋਟਾ ਜਿਹਾ ਹੀ ਹੈ, ਜੇ ਇਹਦੇ ਪ੍ਰੋਪਰ ਵੋਟਾਂ ਪੈ ਜਾਣ, ਰਿਪੀਲ ਦੇ ਆਰਡਰ ਨਿਕਲ ਜਾਣ, ਪਰ ਉੱਥੋਂ ਦੇ ਆਫੀਸ਼ੀਅਲ ਆਰਡਰ ਨਿਕਲ ਕੇ ਅੱਗੇ ਤੱਕ ਜਾਂਦੇ ਆ ਟਾਈਮ ਲੱਗਦਾ। ਠੀਕ ਹੈ ਜੀ। ਪਰ ਜੇ ਮਿਸਟਰ ਮੋਦੀ ਨੇ ਇੰਨੀ ਗੱਲ ਕਹੀ ਹੈ ਕਿ ਇਹ ਹੋਣਗੇ, ਔਰ ਲੈਟ ਅਸ ਸੀ ਕੀ ਕਰਦੇ ਨੇ ਜੀ। ਔਰ ਵੈਸੇ ਇੱਕ ਗੱਲ ਦੱਸ ਦੇਣਾ ਕਿ ਜੇ ਪ੍ਰਧਾਨ ਮੰਤਰੀ ਨੇ ਇੱਕ ਅਨਾਉਂਸਮੈਂਟ ਕੀਤੀ ਹੈ ਤੇ ਫਿਰ ਸਰਕਾਰ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹਨੂੰ ਪੂਰਾ ਕਰੇ, ਔਰ ਉਹਨੂੰ ਉਹ ਪੂਰਾ ਕਰਨਾ ਪਏਗਾ। ਨੋ ਡਾਊਟ ਪ੍ਰੋਸੀਜਰ ਸ਼ੁਰੂ ਹੋ ਜਾਏਗਾ ਜੀ, 2 ਦਿਨਾਂ 'ਚ ਨਹੀਂ ਤੇ 5 ਦਿਨਾਂ 'ਚ, 5 ਦਿਨਾਂ 'ਚ ਨਹੀਂ ਤੇ 20 ਦਿਨਾਂ 'ਚ। ਡੈਫੀਨੇਟਲੀ ਇਹ ਜਦੋਂ ਰੱਦ ਹੋ ਕੇ ਸਾਡੇ ਆਗੂਆਂ ਕੋਲ ਚਿੱਠੀ ਪਹੁੰਚੇਗੀ ਜੀ, ਕਨਫਰਮੇਸ਼ਨ ਲੈਟਰ ਆਏਗੀ, ਉਸ ਤੋਂ ਬਾਅਦ ਹੀ ਉਹ ਅੰਦੋਲਨ ਉੱਥੋਂ ਖਾਲੀ ਹੋਣਾ। ਔਰ ਛੋਟਾ ਜਿਹਾ ਮਜ਼ਾਕ ਕਰਾਂ ਤੇ ਸਾਰੇ ਜਣੇ ਆਪਣਾ ਫਾਸਟੈਗ ਰੀਚਾਰਜ ਕਰਾ ਲੈਣ ਜੀ, ਖੁੱਲ ਜਾਣੇ ਆ। ਬਿਲਕੁਲ ਬਿਲਕੁਲ ਮੱਲਨ ਸਾਹਿਬ, ਆਪਾਂ 2 ਕੇਸਾਂ ਦਾ ਜ਼ਿਕਰ ਕੀਤਾ ਵੀ ਇੱਕ ਤਾਂ ਖੇਤੀ ਕਾਨੂੰਨ ਰੱਦ ਕਰਨ ਦੀ ਅਸਲੀ ਕਾਨੂੰਨੀ ਪ੍ਰਕਿਰਿਆ ਕੀ ਹੈ, ਦੂਜਾ ਸਾਡਾ ਅੱਜ ਦਾ ਵਿਸ਼ਾ ਹੈ ਵੀ ਜ਼ਮੀਨ ਜਾਇਦਾਦ ਦੇ ਕੇਸਾਂ ਤੋਂ ਅਸੀਂ ਕਿਸ ਤਰ੍ਹਾਂ ਨਿਪਟਾਰਾ ਕਰ ਸਕਦੇ ਹਾਂ, ਕਿਉਂਕਿ ਜ਼ਿਆਦਾਤਰ ਪੰਜਾਬ ਦੇ ਵਸਨੀਕ ਇਸ ਸਮੇਂ
ਕੈਨੇਡਾ, ਅਮਰੀਕਾ ਜਾਂ ਇੰਗਲੈਂਡ ਦੇ ਵਿੱਚ ਵਸੇ ਹੋਏ ਨੇ ਤੇ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਇੱਥੇ ਨੇ। ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਚਿੰਤਾ ਜ਼ਰੂਰ ਹੁੰਦੀ ਹੈ ਵੀ ਅਸੀਂ ਆਪਣੀ ਉਹ ਜ਼ਮੀਨਾਂ ਦੀ ਕੇਅਰ ਕਿਸ ਤਰ੍ਹਾਂ ਕਰੀਏ। ਤਾਂ ਸਾਡੇ ਦਰਸ਼ਕਾਂ ਨੂੰ ਵੀ ਗੁਜ਼ਾਰਿਸ਼ ਹੈ ਵੀ ਤੁਸੀਂ ਵੀ ਇਸ ਲਾਈਵ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ, ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਨੰਬਰ ਜੋ ਨੇ ਲਗਾਤਾਰ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਡਿਸਪਲੇ ਹੋ ਰਹੇ ਨੇ। ਤਾਂ ਮੱਲਨ ਸਾਹਿਬ, ਅਸੀਂ ਕਿਸ ਤਰ੍ਹਾਂ ਇਹਨਾਂ ਦਾ ਸਾਂਭ ਸੰਭਾਲ ਕਰ ਸਕਦੇ ਹਾਂ? ਦੇਖੋ ਜੀ, ਇਹਦੇ ਵਿੱਚ ਨਾ ਮੈਂ ਬੜੀ ਵਾਰੀ ਸਮਝਾਇਆ ਕਿ ਸਭ ਤੋਂ ਪਹਿਲਾਂ ਤੇ ਤੁਹਾਡੀ ਮਾਲਕੀ ਸਾਬਤ ਕਰਨਾ ਬਹੁਤ ਜ਼ਰੂਰੀ ਹੈ ਜੀ। ਤੁਸੀਂ ਮਾਲਕ ਹੋ, ਉਹਦੇ ਵਾਸਤੇ ਜਿੱਥੇ ਵੀ ਐਪਰੋਪ੍ਰੀਏਟ ਅਦਾਰਾ ਬਣਦਾ ਉੱਥੇ ਆਪਣੇ ਨਾਂ ਦੀ ਐਂਟਰੀ ਜ਼ਰੂਰ ਕਰਾਓ। ਸਭ ਤੋਂ ਪਹਿਲਾ ਕੰਮ ਹੈ। ਕਾਰਨ ਹੈ ਕਿ ਅੱਜ ਹੀ ਮੇਰੇ ਕੋਲ ਇੱਕ ਕੇਸ ਆਇਆ ਸੀ। ਉਹ ਕੇਸ ਵਿੱਚ ਜਿਹੜੇ ਉਹ ਭਾਈ ਸਾਹਿਬ ਸੀ, ਉਹਨਾਂ ਦੇ ਫਾਦਰ ਨੇਮ, ਉਹਨਾਂ ਨੇ ਬਚਪਨ 'ਚ ਉਹਨਾਂ ਨੂੰ ਕਿਸੇ ਨੇ ਅਡਾਪਟ ਕਰਿਆ ਸੀ ਜੀ। ਉਹਨਾਂ ਦਾ ਫਾਦਰ ਨੇਮ ਏ ਰੱਖ ਦਿੱਤਾ ਗਿਆ। ਪਰ ਜਦੋਂ ਉਹ 5 ਸਾਲਾਂ ਦੇ ਹੋਏ ਜਾਂ 7 ਸਾਲਾਂ ਦੇ ਹੋਏ ਜਾਂ 10 ਸਾਲਾਂ ਦੇ ਹੋਏ, ਉਹਨਾਂ ਨੂੰ ਉਸ ਫਾਦਰ ਨੇ, ਉਹਨਾਂ ਘਰ ਬੱਚਾ ਹੋ ਗਿਆ ਤੇ ਉਹਨਾਂ ਨੇ ਵਾਪਸ ਭੇਜਤਾ ਜੀ। ਜਦੋਂ ਵਾਪਸ ਆਪਣੇ ਫਾਦਰ ਘਰ ਆ ਗਏ ਤੇ ਉੱਥੇ ਰਹਿਣ ਲੱਗ ਪਏ। ਪਰ ਕਿਉਂਕਿ ਸਰਟੀਫਿਕੇਟਾਂ ਦੇ ਨਾਮ ਉਹਨਾਂ ਦੇ ਉਹੀ ਚੱਲਦੇ ਸੀ, ਇਹ ਮਿਸਟਰ ਏ ਦੇ ਜੀ, ਉਹੀ ਚੱਲਦੇ ਰਹੇ। ਅਲਟੀਮੇਟਲੀ ਅੱਜ ਉਹਨਾਂ ਨੂੰ 36 ਸਾਲ ਹੋ ਗਏ ਸੀ ਕੇਸ ਲੜਦੇ ਨੇ ਜੀ। ਰੀਜ਼ਨ ਉਹਦੇ ਵਿੱਚ ਇੱਕੋ ਹੀ ਸੀ ਕਿ ਮੈਂ ਬੀ ਦਾ ਬੇਟਾ ਵਾਂ, ਏ ਦਾ ਨਹੀਂ। ਇਸੇ ਤਰ੍ਹਾਂ ਸਭ ਤੋਂ ਪਹਿਲਾਂ ਆਪਣੀ ਮਾਲਕੀ ਦਾ ਪੱਖ ਸਹੀ ਕਰਨਾ ਇਹਨਾਂ ਦਾ ਵੀਰ। ਖਾਸ ਕਰਕੇ ਹੁਣ ਜਿਹੜੇ ਲਾਲ ਲਕੀਰ ਚ ਆਉਣ ਵਾਲੀਆਂ ਪ੍ਰਾਪਰਟੀਆਂ, ਉਹ ਹੁਣ ਪ੍ਰਾਪਰਟੀਆਂ ਵਿੱਚ ਘਪਲੇ ਹੋਣੇ ਨੇ। ਮੰਨ ਲਓ ਫਾਦਰ ਦੇ 2 ਬੱਚੇ ਸੀ, ਭਰਾ ਬਾਹਰ ਚਲ ਗਿਆ, ਭੈਣ ਇੰਡੀਆ 'ਚ ਰਹਿ ਰਹੀ ਹੈ ਜੀ, ਤੇ ਭੈਣ ਨੇ ਆਪਣੇ ਨਾਂ ਤੇ ਕਾਗਜ਼ ਕਰਾ ਲੈਣੇ ਲਾਲ ਲਕੀਰ ਦੇ ਅੰਦਰ। ਸੋ ਤੁਸੀਂ ਉੱਥੇ ਆਪਣੇ ਫਾਦਰ ਤੋਂ ਬਾਅਦ ਜਿੰਨੇ ਬੱਚੇ ਹੋਏ ਉਹਨਾਂ ਬਾਰੇ ਜ਼ਿਕਰ ਕਰਕੇ ਆਪਣੇ ਉਸ ਅਦਾਰੇ ਨੂੰ ਆਪਣੀ ਭੇਜੋ ਕਿ ਆਹ ਸਾਡਾ ਮਕਾਨ ਹੈ, ਇੱਦਾਂ ਇੱਦਾਂ ਅਸੀਂ ਉੱਥੇ ਰਹਿੰਦੇ ਹਾਂ। ਜਾਂ ਆਉਣ ਵਾਲੇ ਸਮੇਂ 'ਚ ਫਸਟ ਫਲੋਰ ਤੇ ਬਿਜਲੀ ਦਾ ਮੀਟਰ ਆਪਣੇ ਨਾਂ ਤੇ ਲਵਾਓ, ਤਾਂ ਕਿ ਪਤਾ ਤੇ ਲੱਗੇ ਕਿ ਤੁਹਾਡੀ ਮਾਲਕੀ ਕਿਸੇ ਨਾ ਕਿਸੇ ਤਰੀਕੇ ਹੈਗੀ ਹੈ ਜੀ। ਸੋ ਕਈ ਇਹੋ ਜਿਹੇ ਵੀ ਪਰਿਵਾਰ ਨੇ। ਸਭ ਤੋਂ ਇੰਪੋਰਟੈਂਟ ਹੈ ਮੈਮ, ਪਹਿਲਾਂ ਤੇ ਮੈਂ ਆਪਣਾ ਨਾਮ ਐਸਟੈਬਲਿਸ਼ ਕਰਾਂ ਕਿ ਹਾਂਜੀ ਆਹ ਮਕਾਨ ਨੰਬਰ, ਆਹ ਚੀਜ਼ ਆ ਮੇਰੀ ਹੈਗੀ ਹੈ ਜਾਂ ਮੈਨੂੰ ਪੁਸ਼ਤਾਂ 'ਚ ਮਿਲੀ ਹੈ ਜੀ। ਉਹ ਬਹੁਤ ਜ਼ਰੂਰੀ ਹੈ। ਔਰ ਉਸ ਤੋਂ ਬਾਅਦ ਉਹਦੇ ਕਲੇਮ ਬਣਦੇ ਨੇ। ਹੁਣ ਇੱਥੇ ਇੰਡੀਆ 'ਚ ਜਿਹੜਾ ਭੈਣ ਭਰਾ ਅਵੇਲੇਬਲ ਹੈ, ਮੈਂ ਕਲੀਅਰ ਦੱਸਦਾ ਕਿ ਉਹ ਲੋਕ ਕਈ ਜਾਣੇ, ਸਾਰੇ ਨਹੀਂ, ਕਈ ਜਾਣੇ ਇੰਨੇ ਕਿ ਮਤਲਬ ਚਿੱਟਾ ਖੂਨ ਹੋ ਗਿਆ ਜੀ ਕਿ ਜੇ ਉਹਦਾ ਭੈਣ ਜਾਂ ਭਰਾ ਫੋਰਨ ਤੋਂ ਆਉਂਦਾ ਉਹਦੇ ਤੇ ਝੂਠੇ ਪਰਚੇ ਵੀ ਕਰਾਉਣ ਨੂੰ ਫਿਰਦੇ ਨੇ ਕਿ ਡਰ ਤਾਂ ਇੰਡੀਆ 'ਚ ਨਾ ਆਵੇ। ਔਰ ਹੋਰ ਇਹੋ ਜਿਹੇ ਬੜੇ ਸਟੈਪ ਲੈਂਦੇ ਨੇ ਕਿ ਕੱਲ ਨੂੰ ਉਹਦਾ ਕੋਈ ਕਲੇਮ ਹੀ ਨਾ ਉੱਠ ਸਕੇ। ਬਿਲਕੁਲ। ਤਾਂ ਸਭ ਤੋਂ ਪਹਿਲਾਂ ਤੇ ਮੈਂ ਇਹ ਚਾਹੂੰਗਾ ਕਿ ਤੁਸੀਂ ਜੋ ਵੀ ਤਰੀਕਾ ਅਪਣਾਉਣਾ ਜਿਹਦੇ ਵਿੱਚ ਤੁਸੀਂ ਸਾਬਤ ਕਰ ਸਕੋ ਕਿ ਤੁਸੀਂ ਵੀ ਮਾਲਕ ਹੋ, ਕੱਲ ਨੂੰ ਤੁਹਾਡੇ ਤੇ ਵੀ ਕਲੇਮ ਪੈ ਸਕੇ। ਜਾਂ ਤੁਸੀਂ ਕੋਰਟ 'ਚ ਜਾ ਕੇ ਆਪਣਾ ਸ਼ੇਅਰ ਮੰਗੋ ਤਾਂ ਜੋ ਤੁਸੀਂ ਆਪਣੀ ਜਿਹੜੀ ਹੱਕ ਹਦੂਦ ਹੈ ਉਹਨੂੰ ਐਸਟੈਬਲਿਸ਼ ਕਰ ਸਕੋ ਜੀ। ਮੇਰੇ ਕੋਲ ਇਹੋ ਜਿਹੇ ਵੀ ਕੇਸ ਆਏ ਕਿ ਭਰਾ US ਤੋਂ ਪੈਸੇ ਕਮਾ ਇੰਡੀਆ 'ਚ ਭੇਜਦਾ ਰਿਹਾ ਤੇ ਇੰਡੀਆ ਦੇ ਭਰਾਵਾਂ ਨੇ ਆਪਣੇ ਨਾਂ ਤੇ ਪ੍ਰਾਪਰਟੀ ਲੈ ਲਈ। ਔਰ ਜਦੋਂ ਉਹ ਪ੍ਰਾਪਰਟੀ ਉਹਨਾਂ ਦੇ ਨਾਂ ਤੇ ਹੋ ਗਈ, 15-20 ਸਾਲ ਬਾਅਦ ਜਦੋਂ ਭਰਾ ਨੇ ਕਿਹਾ ਵੀ ਭਰਾ ਮੈਨੂੰ ਹੁਣ ਦੇ ਦਿਓ, ਮੈਂ ਆਪਣੇ ਬੱਚੇ ਵਿਆਹੁਣੇ ਆ, ਕਹਿੰਦੇ ਕਿਹੜੀ ਪ੍ਰਾਪਰਟੀ, ਤੂੰ ਤੇ ਕਦੀ ਖਰੀਦੀ ਨਹੀਂ। ਬਿਲਕੁਲ। ਸੋ ਦੂਸਰੀ ਗੱਲ ਮੈਂ ਇਹ ਕਹੂੰਗਾ ਕਿ ਪੱਕੇ ਤੌਰ ਤੇ ਪੈਸੇ ਭੇਜੋ ਇੰਡੀਆ 'ਚ, ਉਹ ਵੀ ਆਪਣੇ ਖਾਤੇ 'ਚ ਪਾਓ। ਤੇ ਜਦੋਂ ਵੀ ਕੋਈ ਜ਼ਮੀਨ ਜਾਇਦਾਦ ਲੈਣੀ ਹੋਵੇ ਇੰਡੀਆ ਆਓ, ਆਪਣੀ ਰਜਿਸਟਰੀ ਕਰਾ ਕੇ ਜਾਓ, ਜਾਂ ਫਿਰ ਆਪਣੀ ਐਸੀ ਅਟਾਰਨੀ ਭੇਜੋ ਕਿ ਉਹ ਪੇਪਰ ਤੁਹਾਡੇ ਨਾਂ ਤੇ ਤਿਆਰ ਹੋਣ, ਤੁਹਾਡੇ ਨਾਂ ਤੇ ਬਣ। ਉਹਦੇ ਲਈ ਆਪਣਾ ਕੋਈ ਵੀ ਖਾਸ ਬੰਦਾ ਜਾਂ ਆਪਣੇ ਵਕੀਲ ਸਾਹਿਬ ਨੂੰ ਅਪਾਇੰਟ ਕਰੋ ਤਾਂ ਜੋ ਤੁਹਾਡੇ ਨਾਂ ਤੇ ਰਜਿਸਟਰੀ ਕਰਾਉਣ। ਜਾਂ ਸਭ ਤੋਂ ਬੈਸਟ ਤਰੀਕਾ ਜੀ ਕਿ ਆਪ ਆਓ, ਜਿੱਥੇ 50 ਲੱਖ ਦੀ ਪ੍ਰਾਪਰਟੀ ਖਰੀਦਿਓ, ਲੱਖ ਰੁਪਏ ਟਿਕਟਾਂ ਤੇ ਲਾ ਦਿਓ, ਪਰ ਘੱਟੋ ਘੱਟ ਰਜਿਸਟਰੀ ਆਪਣੇ ਨਾਲ ਕਰਾਓ। ਉਸ ਤੋਂ ਪਹਿਲਾਂ ਈਮੇਲ ਖੇਡ ਲਓ, ਸਾਰੇ ਕਾਗਜ਼ ਮੰਗਾ ਲਓ, ਸਭ ਕੁਝ ਕਰ ਲਓ ਜੀ। ਬਟ ਕਿਸੇ ਵੀ ਸੂਰਤ 'ਚ ਘਰ ਬੈਠਿਆ ਬਾਹਰ ਬੈਠਿਆ ਰਜਿਸਟਰੀਆਂ ਨਾ ਕਰਾਓ। ਔਰ ਉਸ ਤੋਂ ਬਾਅਦ ਜਦੋਂ ਵੀ ਤੁਸੀਂ ਰਜਿਸਟਰੀ ਕਰਾਉਂਦੇ ਹੋ ਆਪਣੇ ਪਲਾਟ ਦੀ, ਮਕਾਨ ਦੀ, ਵਾਟਐਵਰ, ਸੋ ਉਹਦੇ ਕਬਜ਼ੇ ਲਈ ਉਹਦੇ ਤੇ ਮੀਟਰ ਲੱਗਾ ਤੇ ਉਹਨੂੰ ਮੀਟਰ ਆਪਣੇ ਨਾਂ ਤੇ ਚੇਂਜ ਕਰਾਓ। ਪਾਣੀ ਲੱਗਾ ਤੇ ਉਹਨੂੰ ਚੇਂਜ ਕਰਾਓ। ਜੇ ਖਾਲੀ ਪਲਾਟ ਹੈ ਤੇ ਘੱਟੋ ਘੱਟ 4 ਦੀਵਾਰੀ ਕਰੋ। ਜੇ ਤੁਹਾਡੀ ਜ਼ਮੀਨ ਹੈ ਤੇ ਆਪਣੀ ਜ਼ਮੀਨ ਨੂੰ ਪਟਵਾਰੀ ਕੋਲ ਪ੍ਰੋਪਰ ਐਂਟਰੀ ਕਰਾਓ ਔਰ ਉਹਦੇ ਇੱਕ ਪਾਸੇ ਪੂਰਾ ਸਿਮਟਡ ਕਮਰਾ ਪਾ ਕੇ ਉੱਥੇ ਆਪਣੀ ਡਿਟੇਲ ਜ਼ਰੂਰ ਲਿਖੋ। ਆਪਣੀ ਜ਼ਮੀਨ ਤੇ ਫੇਰਾ ਮਾਰੋ, ਕੋਈ ਕੇਅਰ ਟੇਕਰ ਰੱਖੋ, ਰੈਗੂਲਰ ਵਾਲਾ ਨਹੀਂ, ਕੋਈ ਐਡਵੋਕੇਟ ਕੀ ਜਿਹੜਾ ਰੈਗੂਲਰ ਜਾਵੇ, ਫੇਰਾ ਮਾਰੇ, ਫੋਟੋ ਖਿੱਚੇ, ਪਤਾ ਕਰਾਵੇ, ਜਾਂ ਉਹਦੀ ਜੋ ਵੀ ਪੈਰਵਾਈ ਬਣਦੀ ਉਹ ਕਰੋ ਜੀ। ਸੋ ਇਹ ਬਹੁਤ ਇੰਪੋਰਟੈਂਟ ਹੈ। ਇੱਥੇ ਬਹੁਤ ਠੱਗੀਆਂ ਰਿਸ਼ਤੇਦਾਰੀ ਕਰ ਰਹੇ ਨੇ। ਬਿਲਕੁਲ। ਜਾਲੀ ਕਾਗਜ਼ ਵੀ ਬਣਦੇ ਆ, ਬੜਾ ਕੁਝ ਹੁੰਦਾ ਹੈ।
ਫਿਰ ਉਸ ਤੋਂ ਬਾਅਦ ਉਹ ਲੜਾਈਆਂ ਲੜਦੇ ਰਹੋ, ਕਈ ਸਾਲ ਲੰਘ ਜਾਂਦੇ ਨੇ, ਸੋ ਦਿੱਕਤ ਆਉਂਦੀ ਹੈ। ਜੀ ਬਿਲਕੁਲ ਮਲਨ ਸਾਹਿਬ, ਮੈਂ ਇੱਕ ਕੇਸ ਤੁਹਾਡੇ ਨਾਲ ਡਿਸਕਸ ਕਰਨਾ ਚਾਹੂੰਗੀ। ਰੀਸੈਂਟਲੀ ਆਪਣੇ ਇੱਥੇ ਜ਼ੀਰਕਪੁਰ ਦਾ ਕੇਸ ਹੈ। ਉਹ ਜੋ ਨੌਜਵਾਨ ਆ ਉਹ ਵਿਦੇਸ਼ ਦੇ ਵਿੱਚ ਪੱਕਾ, ਉਸਦੇ ਮਾਪਿਓ ਇੰਡੀਆ ਦੇ ਵਿੱਚ ਸੀਗੇ, ਜ਼ੀਰਕਪੁਰ ਦੇ ਵਿੱਚ ਰਹਿੰਦੇ ਸੀ। ਉਹਨੇ ਆਪਣੇ ਮਾਪਿਓ ਨੂੰ ਪੈਸੇ ਭੇਜੇ ਵੀ ਮੇਰੇ ਨਾਮ ਦੇ ਉੱਤੇ ਇੱਕ ਪਲਾਟ ਲੈ ਲਓ। ਚਲੋ ਪੇਰੈਂਟਸ ਨੇ ਉਹਨਾਂ ਨੂੰ ਇਹ ਗੱਲ ਕਹਿਤੀ ਵੀ ਤੁਹਾਡੇ ਨਾਮ ਤੇ ਪਲਾਟ ਨਹੀਂ ਲਿਆ ਜਾ ਸਕਦਾ, ਯਾਨੀ ਕਿ ਘੁਮਾ ਫਿਰਾ ਕੇ ਕਹਿਤੀ। ਅਸਲ ਦੇ ਵਿੱਚ ਉਹਦੀ ਮਾਂ ਨੇ ਹੀ ਆਪਣੇ ਨਾਮ ਦੇ ਉੱਤੇ ਪਲਾਟ ਲੈ ਲਿਆ। ਉਸ ਤੋਂ ਦੁਬਾਰਾ ਫਿਰ ਪੈਸੇ ਮੰਗਵਾਏ ਗਏ ਵੀ ਉਸ ਪਲਾਟ ਦੇ ਉੱਤੇ ਆਪਾਂ ਘਰ ਪਾ ਲਈਏ ਜਾਂ ਫਿਰ ਕੋਈ ਦੁਕਾਨ ਖੋਲ ਦਈਏ, ਸਾਨੂੰ 4 ਪੈਸੇ ਆ ਜਾਣਗੇ। ਚਲੋ ਉਸ ਨੌਜਵਾਨ ਨੇ ਇੰਗਲੈਂਡ ਦੇ ਵਿੱਚ ਬੈਠੇ, ਇੰਡੀਆ ਨਹੀਂ ਆਇਆ, ਉਸਨੇ ਆਪਣੇ ਪੈਸੇ ਵੀ ਭੇਜ ਦਿੱਤੇ, ਘਰ-ਬਾਰ ਵੀ ਸਾਰਾ ਕੁਝ ਦੇਖਿਆ ਵੀ ਚਲੋ ਹਾਂ ਮੇਰੇ ਪਲਾਟ ਦੇ ਉੱਤੇ ਘਰ ਪੈ ਰਿਹਾ ਹੈ ਜਾਂ 4 ਰੁਪਏ ਆਮਦਨੀ ਦਾ ਸੋਰਸ ਹੋ ਜਾਏਗਾ। ਜਦੋਂ ਕਾਫੀ ਸਾਲਾਂ ਬਾਅਦ ਇੰਡੀਆ ਆਉਂਦਾ ਹੈ, ਉਹ ਕਹਿੰਦੇ ਵੀ ਚਲੋ ਮੈਂ ਹੁਣ ਇੱਥੇ ਰਹਿਣਾ ਹੀ ਨਹੀਂ ਹੈਗਾ, ਮੈਂ ਆਪਣਾ ਪਲਾਟ ਵੇਚਦਾ ਵੀ, ਮੈਨੂੰ ਨਹੀਂ ਲੋੜ ਹੈਗੀ। ਤਾਂ ਉਸ ਤੋਂ ਬਾਅਦ ਉਹਦੇ ਖੁਦ ਦੇ ਮਾਪਿਆਂ ਦੇ ਵੱਲੋਂ ਹੀ ਉਸ ਦੇ ਉੱਤੇ ਕੇਸ ਪਵਾ ਦਿੱਤਾ ਜਾਂਦਾ ਹੈ ਵੀ ਇਹ ਸਾਨੂੰ ਤੰਗ ਕਰਦਾ ਹੈ, ਸਾਨੂੰ ਪਰੇਸ਼ਾਨ ਕਰਦਾ ਹੈ ਜਾਂ ਫਿਰ ਸਾਡੀ ਜਾਇਦਾਦ ਹੈ, ਇਸ ਤੇ ਹੜਪਣ ਦੀ ਕੋਸ਼ਿਸ਼ ਕਰ ਰਿਹਾ। ਤਾਂ ਉਹ ਵਿਚਾਰਾ ਨੌਜਵਾਨ ਸਾਡੇ ਨਾਲ ਗੱਲਬਾਤ ਕਰ ਰਿਹਾ ਸੀ, ਉਹ ਤਾਂ ਦੱਸ ਰਿਹਾ ਸੀ ਵੀ ਮੈਨੂੰ ਲਗਭਗ ਹੋ ਚੁੱਕੇ ਨੇ 2 ਤੋਂ 3 ਸਾਲ ਦਾ ਸਮਾਂ ਹੋ ਗਿਆ ਵੀ ਮੈਂ ਇੱਥੇ ਇੰਡੀਆ ਦੇ ਵਿੱਚ ਰਹਿ ਰਿਹਾ, ਅਦਾਲਤੀ ਕੇਸ ਲੜ ਰਿਹਾ, ਪਰ ਮੇਰੇ ਮਸਲੇ ਦਾ ਹੱਲ ਨਹੀਂ ਹੋ ਰਿਹਾ। ਤਾਂ ਇਹੋ ਜਿਹੇ ਮਸਲੇ ਨੂੰ ਆਪਾਂ ਕਿਸ ਤਰ੍ਹਾਂ ਹੱਲ ਕਰ ਸਕਦੇ ਹਾਂ? ਦੇਖੋ ਉਸ ਵੀਰ ਨੂੰ ਇਹ ਚਾਹੀਦਾ ਸੀ ਵੀ ਜਿਹੜੇ ਪੈਸੇ ਭੇਜੇ, ਜੇ ਤੇ ਉਹਨੇ ਬੈਂਕ ਰਾਹੀਂ ਭੇਜੇ ਆ ਜੀ, ਠੀਕ ਹੈ ਜੀ, ਔਰ ਉਹਦੇ ਕੋਲ ਪੱਕਾ ਪ੍ਰੂਫ ਹੈ ਬੈਂਕ ਰਾਹੀਂ ਭੇਜਣ ਦਾ, ਫਿਰ ਤਾਂ ਉਹ ਈਵਨ ਆਪਣੇ ਮਾਪਿਓ ਤੇ ਵੀ FIR ਕਰਾ ਸਕਦਾ ਹੈ ਜੀ ਕਿ ਇਹਨਾਂ ਨੇ ਮੇਰੇ ਕੋਲ ਇੰਨੇ ਸਾਲ ਪਹਿਲਾਂ ਧੋਖਾ ਕੀਤਾ ਤੇ ਮੇਰੀ ਨੌਲੇਜ ਹੁਣ ਆਇਆ। ਇੱਕ ਤੇ ਹੋ ਗਿਆ ਕ੍ਰਿਮੀਨਲ ਕੇਸ, ਫੌਜਦਾਰੀ ਦਾ ਮੁਕੱਦਮਾ ਜਿਹੜਾ ਉਹ ਉਹਨਾਂ ਤੇ ਕਰਾ ਸਕਦਾ ਜੀ। ਦੂਜਾ ਮੁਕੱਦਮਾ ਜਿਹੜਾ ਕਰਾ ਸਕਦਾ ਹੈ ਉਹ ਡਿਕਲੇਰੇਸ਼ਨ ਸੂਟ ਫਾਈਲ ਕਰ ਸਕਦੇ ਅਸੀਂ ਕਿ ਇੱਕ ਹੁੰਦੀ ਹੈ ਬੇਨਾਮੀਦਾਰ ਟ੍ਰਾਂਜੈਕਸ਼ਨ ਐਕਟ ਸੀਰੀਜ਼ ਜੀ। ਭਲੇ ਜ਼ਮਾਨੇ 'ਚ ਉਹ ਟ੍ਰਾਂਜੈਕਸ਼ਨ ਐਕਟ ਸੀਰੀਜ਼ ਹੁੰਦੀਆਂ ਸੀ। ਉਹ ਕੀ ਹੁੰਦਾ ਸੀ ਕਿ ਮੈਂ ਨਵਦੀਪ ਜੀ ਨੇ ਪਲਾਟ ਲੈਣਾ, ਮੈਂ ਚਲ ਗਿਆ ਨਵਦੀਪ ਦੇ ਨਾਂ ਤੇ, ਮਤਲਬ ਨਵਦੀਪ ਨੇ ਮੇਰੇ ਨਾਂ ਤੇ ਰਜਿਸਟਰੀ ਕਰਾਤੀ ਹੈ, ਉਹ ਨਵਦੀਪ ਦਾ ਪਲਾਟ। ਮੁੜ ਕੇ ਜਦੋਂ ਨਵਦੀਪ ਨੇ ਕਿਹਾ ਕਿ ਭਰਾ ਦੇ ਦੇ ਤੇ ਭਰਾ ਨੇ ਉਹਨੂੰ ਦੇਤਾ, ਜਾਂ ਦੋਸਤ ਨੇ ਦੇਤਾ, ਜਾਂ ਜੋ ਵੀ ਰਿਸ਼ਤਾ ਸੀ ਮੋੜਤਾ ਜੀ। ਤਬ ਇਸ ਤਰ੍ਹਾਂ ਰਜਿਸਟਰੀਆਂ ਚੱਲਦੀਆਂ ਸੀ ਵੀ ਕਿਸੇ ਨਾਂ ਤੇ ਵੀ ਹੋ ਜਾਂਦੀ ਸੀ। ਪਰ ਇਹ ਪਿਛਲੇ 10-15 ਸਾਲਾਂ ਤੋਂ ਜਿਹੜਾ ਪਰਚੇਜ਼ਰ ਹੈ ਉਹੀ ਰਜਿਸਟਰੀ ਕਰਦਾ ਹੈ ਜੀ, ਕਰਾਉਂਦਾ ਆਪਣੇ ਨਾਂ ਤੇ। ਸੋ ਜਦੋਂ ਉਹਨੇ ਪੈਸੇ ਭੇਜਿਆ, ਜੇ ਉਹਦੇ ਕੋਲ ਪ੍ਰੂਫ ਹੈਗਾ ਤੇ ਉਸ ਪ੍ਰੂਫ ਵਾਸਤੇ ਉਹਨੂੰ ਉਹ ਸਾਬਤ ਕਰਨਾ ਪਏਗਾ। ਨੋ ਡਾਊਟ ਹੈ ਪ੍ਰਾਪਰਟੀ ਦਾ ਕੇਸ ਹੈ, ਲੰਬਾ ਚੱਲੇਗਾ, ਪਹਿਲਾਂ ਥੱਲੋਂ ਕੋਈ ਹਾਰੇਗਾ, ਫਿਰ ਉਹ ਸੈਸ਼ਨ 'ਚ ਅਪੀਲ ਕਰ ਦੇਗਾ। ਹਾਂ, ਇੱਕ ਕੰਮ ਉਹ ਇੰਪੋਰਟੈਂਟ ਕਰ ਸਕਦਾ ਹੈ ਜੀ, ਮੀਨਸ ਪ੍ਰੋਫਿਟ ਕਰਨੇ, ਅਸੀਂ ਉਹਨੂੰ ਮੀਨਸ ਪ੍ਰੋਫਿਟ ਕਾਨੂੰਨ ਦੀ ਭਾਸ਼ਾ, ਕਿ ਜਦ ਤੱਕ ਇਸ ਪ੍ਰਾਪਰਟੀ ਦਾ ਫੈਸਲਾ ਨਹੀਂ ਹੁੰਦਾ, ਜਿਹੜਾ ਵੀ ਬੰਦਾ ਆਕੂਪਾਇਰ ਹੈ ਜਿਹੜਾ ਉਸ ਪ੍ਰਾਪਰਟੀ 'ਚ ਰਹਿ ਰਿਹਾ ਹੈ, ਉਹ ਮੈਨੂੰ ਉੱਥੋਂ ਦੇ ਰੈਂਟ ਦੇ ਹਿਸਾਬ ਨਾਲ ਪੈਸਾ ਦੇਵੇ ਜੀ। ਮੰਨ ਲਓ ਉੱਥੇ ਪੂਰੀ ਬਿਲਡਿੰਗ ਦਾ ਰੈਂਟ 50,000 ਬਣਦਾ ਹੈ ਜਾਂ 60,000 ਬਣਦਾ ਹੈ, ਤੇ ਨੇੜੇ ਤੇੜੇ ਦੀ ਪ੍ਰਾਪਰਟੀ ਵੇਖ ਕੇ ਉਹਦਾ ਨਾਲ ਕਿਰਾਏਨਾਮਾ ਜਾਂ ਕੁਝ ਲਾ ਕੇ ਜੀ ਉਹਦਾ ਰੈਂਟ ਮੰਗ ਸਕਦਾ ਹੈ। ਔਰ ਕੋਰਟ ਨੂੰ ਇਹ ਵੀ ਕਹਿ ਸਕਦਾ ਹੈ ਕਿ ਬੇਸ਼ੱਕ ਇਹਨੂੰ ਕੋਰਟ ਦੇ ਖਜ਼ਾਨੇ 'ਚ ਜਮ੍ਹਾਂ ਕਰਾ ਲਿਆ ਜਾਵੇ ਜੀ, ਜਿਹੜਾ ਕੇਸ ਜਿੱਤੇਗਾ ਵਿਆਜ ਸਮੇਤ ਲੈ ਜਾਏਗਾ ਜੀ। ਸੋ ਘੱਟੋ ਘੱਟ ਜਿਹੜਾ ਬੰਦਾ ਸ਼ਰਾਰਤੀ ਤੌਰ ਤੇ ਉਹਨੂੰ ਮੱਲ ਮਾਰ ਕੇ ਬੈਠਾ ਹੈ, ਉਹਨੂੰ ਉਹ ਪੈਸੇ ਦੇਣੇ ਪੈਣਗੇ। ਕਾਰਨ ਕੀ, ਦੇਖੋ ਪ੍ਰਾਪਰਟੀ ਦੇ ਮੈਟਰ 'ਚ ਜੀ ਮੁੰਡੇ ਨੇ ਆਪਣੇ ਪੈਸੇ ਗਵਾਤੇ, ਆਪਣੀ ਪ੍ਰਾਪਰਟੀ ਗਵਾਤੀ ਤੇ ਮਾਪਿਓ ਵੀ ਗਵਾਤੇ ਜੀ, ਉਹਨਾਂ ਦੀ ਮਾੜੀ ਨੀਅਤ ਕਰਕੇ। ਬਿਲਕੁਲ ਠੀਕ। ਹੁਣ ਮਜ਼ਾ ਲੈਣ ਵਾਲਾ ਕੌਣ ਹੈ? ਉਸ ਲੜਕੇ ਦੇ ਮਾਪੇ, ਐਸ ਪਰ ਜੋ ਤੁਸੀਂ ਕੇਸ ਦੱਸਿਆ ਜੀ। ਉਹਨਾਂ ਦੇ ਪੈਸੇ ਵੀ ਨਹੀਂ ਲੱਗੇ ਤੇ ਉੱਤੋਂ ਉਹਨਾਂ ਦਾ ਕਿਰਾਇਆ ਜਾਂ ਉਹਨਾਂ ਨੂੰ ਉਹ ਬਚੀ ਹੋਈ ਹੈ। ਬਿਲਕੁਲ। ਉਹਨਾਂ ਨੇ 50-60 ਲੱਖ ਦੀ ਜਾਂ ਕਰੋੜ ਦੀ ਠੱਗੀ ਮਾਰੀ ਹੋਈ ਹੈ, ਤੇ ਜੇ ਉਹ 2-4-5 ਲੱਖ ਰੁਪਇਆ ਤੇ ਨਾਲੇ 20 ਸਾਲ ਲਵਾ ਦੇਣਗੇ ਤੇ ਕਿੱਥੇ ਰਹਿਣਾ ਹੈ ਜੀ। ਸੋ ਜਦੋਂ ਮੀਨਸ ਪ੍ਰੋਫਿਟ ਦਾ ਕੇਸ ਕਰੇਗਾ, ਇੱਕ ਕ੍ਰਿਮੀਨਲ ਕੇਸ ਕਰੇਗਾ, ਤੇ ਡੈਫੀਨੇਟਲੀ ਇਹ ਚੀਜ਼ਾਂ ਨਾਲ ਇੱਕ ਰਿਕਵਰੀ ਸੂਟ ਫਾਈਲ ਕਰੇਗੀ। ਜਿਹੜੇ ਮੈਂ ਇਹਨਾਂ ਨੂੰ ਮੰਨ ਲਓ ਕਹਿੰਦੇ ਜੀ ਨਹੀਂ ਪਲਾਟ ਅਸੀਂ ਆਪਣੇ ਪੈਸੇ ਦਾ ਖਰੀਦਿਆ ਜੀ, ਪ੍ਰਾਪਰਟੀ ਆਪਣੇ ਪੈਸੇ ਦੀ ਬਣਾਈ ਹੈ ਜੀ, ਫਿਰ ਉਹ ਆਪਣੇ ਪੈਸੇ ਦਿੱਤੇ ਦੀ ਰਿਕਵਰੀ ਸੂਟ ਫਾਈਲ ਕਰ ਸਕਦਾ ਜੀ। ਪੈਸੇ ਮੈਂ ਇਹਨਾਂ ਨੂੰ ਇਸ ਪਰਪਸ ਲਈ ਦਿੱਤੇ ਸੀ, ਇਹਨਾਂ ਨੇ ਮੋੜੇ ਨਹੀਂ। ਸੋ ਕਈ ਸਾਰੀਆਂ ਪੋਸੀਬਿਲਿਟੀਆਂ ਨਿਕਲਦੀਆਂ ਨੇ, ਡਿਪੈਂਡ ਕਰਦਾ ਹੈ ਸਾਰੀ ਸਿਚੁਏਸ਼ਨ ਨੂੰ ਦੇਖ ਕੇ ਔਰ ਕਿਹੜੇ ਹੱਲ ਕੀਤੇ ਜਾ ਸਕਦੇ ਨੇ, ਔਰ ਉਹਦਾ ਹੱਲ ਨਿਕਲ ਆਏਗਾ ਜੀ। ਟਾਈਮ ਲੱਗੇਗਾ, ਟਾਈਮ ਦੀ ਮੈਂ ਗਾਰੰਟੀ ਕਦੇ ਵੀ ਨਹੀਂ ਦਿੰਦਾ ਜੀ ਕਿ ਜਿਹੜਾ ਬੰਦਾ ਬਦਮਾਸ਼ ਹੈ ਉਹ ਕੇਸ ਤੇ ਵੀ ਨਹੀਂ ਆਉਂਦਾ। ਮੈਂ ਪਿੱਛੇ ਵੀ ਕੇਸ ਡਿਸਕਸ ਕੀਤਾ ਸੀ ਰੈਂਟ ਵਾਲਾ, 2-2 ਦਿਨ ਦੀ ਡੇਟ ਵੀ ਦਿੱਤੀ ਹੈ ਕੋਰਟ ਨੇ, ਪਰ ਜਿਹੜੇ ਬੰਦੇ ਨੇ ਨਜਾਇਜ਼ ਕਬਜ਼ਾ ਕੀਤਾ ਸੀ ਉਹ ਅੱਜ ਮਕਾਨ ਛੱਡ ਕੇ ਭੱਜ ਵੀ ਚੁੱਕਾ ਹੈ ਜੀ, ਇਹ ਵੀ ਦੇ ਗਿਆ।
ਹੁਣ ਉਹਨਾਂ ਨੇ ਕੋਰਟ 'ਚ ਐਪਲੀਕੇਸ਼ਨ ਦਿੱਤੀ ਕਿ ਅਸੀਂ ਕੇਸ ਵਾਪਸ ਲੈਣਾ। ਮੈਂ ਕੋਰਟ ਨੂੰ ਦੇਖੋ ਟੈਕਨੀਕਲੀ ਜਿਸ ਬੰਦੇ ਨੇ ਕੇਸ ਕੀਤਾ ਸੀ ਉਹੀ ਕਹਿੰਦਾ ਮੈਂ ਕੋਰਟ ਤੋਂ ਵਾਪਸ ਲੈਣਾ ਕੇਸ ਜੀ। ਕੋਰਟ 99% ਕੇਸ ਵਿਡਰਾ ਕਰ ਦਿੰਦੀ ਹੈ, ਡਿਸਮਿਸ ਕਰ ਦਿੰਦੀ ਹੈ, ਐਜ਼ ਵਿਡਰਾਨ, ਡਿਸਮਿਸ ਐਜ਼ ਵਿਡਰਾਨ ਹੋ ਜਾਂਦਾ। ਪਰ ਮੈਂ ਕੋਰਟ ਨੂੰ ਇੱਕੋ ਐਪਲੀਕੇਸ਼ਨ ਦਿੱਤੀ, ਮੈਂ ਕਿਹਾ ਜਦੋਂ ਇਸ ਬੰਦੇ ਨੇ ਕੋਰਟ 'ਚ ਐਂਟਰੀ ਕੀਤੀ ਕਿ ਮੈਂ ਉਹਦੇ ਕੋਲ 4 ਲੱਖ ਰੁਪਏ ਰਿਕਵਰ ਕਰਨਾ ਹੈ, ਮੈਂ ਕਿਹਾ ਜਦੋਂ ਇਸ ਬੰਦਾ ਕੋਰਟ 'ਚ ਆਇਆ ਇਹਨੇ ਮੇਰੇ ਘਰ ਦਾ ਐਡਰੈਸ ਵਰਤਿਆ ਬੀਇੰਗ ਟੈਨੈਂਟ, ਫਿਰ ਅਸੀਂ ਡਿਊ ਕੋਰਸ ਆਫ ਟਾਈਮ ਇਹਦੇ ਪਰਮਾਨੈਂਟ ਐਡਰੈਸ ਤੇ ਚਿੱਠੀਆਂ ਪਾਈਆਂ, ਬਿਲਕੁਲ ਇਸ ਤੋਂ ਪਿਛਲੇ ਦਿੱਤੇ ਐਡਰੈਸ ਤੇ ਚਿੱਠੀਆਂ ਪਾਈਆਂ, ਸੰਬੰਧ ਭੇਜੇ ਜਿਹੜੇ ਕਿ ਇਹ ਕਹਿ ਕੇ ਵਾਪਸ ਆਏ ਕਿ ਉੱਥੇ ਕੋਈ ਨਹੀਂ ਰਹਿੰਦਾ। ਔਰ ਜਦੋਂ ਕਹਿ ਕੇ ਵਾਪਸ ਆਏ ਨੇ ਤੇ ਕੱਲ ਨੂੰ ਮੰਨ ਲਓ ਤੁਸੀਂ ਇਸ ਕੇਸ ਨੂੰ ਬੰਦ ਕਰ ਦਿੰਦੇ ਹੋ ਤੇ ਮੈਂ ਹਾਈ ਕੋਰਟ ਜਾ ਕੇ ਇਹਨੂੰ ਰੀਸਟੋਰ ਕਰਾ ਲੈਣਾ ਜੀ ਰੀਜ਼ਨ ਪਾ ਕੇ, ਤੇ ਮੈਨੂੰ ਦੱਸੋ ਕਿ ਜਨਾਬ ਕੋਰਟ ਇਹਨੂੰ ਸਮਨ ਕਿਵੇਂ ਕਰੇਗੀ, ਬੁਲਾਏਗੀ ਕਿਉਂ? ਇਸ ਦਾ ਪਾਸਪੋਰਟ ਲਿਆ ਜਾਵੇ, ਪਾਸਪੋਰਟ ਦੀ ਕਾਪੀ ਲਈ ਜਾਵੇ, ਆਧਾਰ ਕਾਰਡ ਤੇ ਜਾਲੀ ਬਣਾ ਲੈਂਦੇ ਨੇ ਲੋਕ, ਪੈਨ ਕਾਰਡ ਲਿਆ ਜਾਵੇ, ਇਹ ਦੋ ਚੀਜ਼ਾਂ ਲੈਣ ਤੋਂ ਬਾਅਦ ਪਲੱਸ ਇਹਦਾ ਪਰਮਾਨੈਂਟ ਐਡਰੈਸ ਪੁੱਛਿਆ ਜਾਵੇ ਤੇ ਪਲੱਸ ਇਹਦੇ ਹੋਰ ਕਿੰਨੇ ਕੇਸ ਚੱਲਦੇ ਪਏ ਨੇ ਉਹਦੀ ਡਿਟੇਲ ਲਈ ਜਾਵੇ ਜੀ, ਤੇ ਫਿਰ ਇਸ ਬੰਦੇ ਨੂੰ ਰਿਲੀਜ਼ ਕੀਤਾ ਜਾਵੇ। ਕੋਰਟ ਨੇ ਦੂਜੀ ਪਾਰਟੀ ਨੂੰ ਚਿੱਠੀ ਦਿੱਤੀ ਹੈ, 6 ਤਰੀਕਾਂ ਹੋ ਗਈਆਂ ਹਲੇ ਵੀ ਨਹੀਂ ਕੋਈ ਵੀ ਜੀ। ਸੋ देयर आर मैनी वेज। ਜਿਹੜਾ ਬੰਦਾ ਬਦਮਾਸ਼ ਹੈ, ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਬੰਦਾ ਬਦਮਾਸ਼ ਹੈ ਉਹਨੂੰ ਹੱਥੀ ਚੜੀ ਕੋਈ ਨਹੀਂ, ਉਹਨੂੰ ਸ਼ਰਮ ਕੋਈ ਨਹੀਂ, ਉਹ ਅੱਗੇ ਅੱਗੇ ਦੌੜਦਾ ਹੈ, ਔਰ ਜਿਹੜਾ ਬੰਦਾ ਇਮਾਨਦਾਰ ਹੈ ਉਹ ਪਿਸਦਾ ਹੈ ਜੀ। ਸਾਡਾ ਹੁਣ ਸਿਸਟਮ ਇਦਾਂ ਦਾ ਕਰੀਏ ਕੀ, ਕਿਉਂਕਿ ਜਿਹੜਾ ਬੇਈਮਾਨ ਬੰਦਾ ਨੋ ਡਾਊਟ ਇੰਨਾ ਕੁ ਟਾਈਮ ਔਰ ਇੰਨੀ એનર્ਜੀ ਲੱਗ ਜਾਂਦੀ ਹੈ। ਇਮਾਨਦਾਰ ਬੰਦਾ ਕਹਿੰਦਾ ਗੋਲੀ ਮਾਰ ਯਾਰ, ਇੰਨਾ ਟਾਈਮ ਮੈਂ ਨਵੇਂ ਪੈਸੇ ਕਮਾਉਣ ਚ ਲਾਇਆ ਹੁੰਦਾ ਸ਼ਾਇਦ ਮੈਂ ਅੱਗੇ ਲੱਗ। ਬਿਲਕੁਲ ਮੱਲਨ ਸਾਹਿਬ ਇੱਕ ਦਰਸ਼ਕ ਸਾਡੇ ਨਾਲ ਜੁੜ ਰਹੇ ਨੇ। ਹਾਂਜੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਹੈਲੋ ਹਾਂਜੀ ਹਾਂਜੀ ਸਰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਕੀ ਨਾਮ ਹੈ ਤੁਹਾਡਾ, ਕਿੱਥੋਂ ਬੋਲਦੇ ਹੋ? ਅਸੀਂ ਸਰੀ ਤੋਂ ਬੋਲਦੇ ਹਾਂ, ਮੈਂ ਡਾਕਟਰ ਪਾਲ ਸਿੰਘ ਬਿਲਗਾ ਜੀ। ਡਾਕਟਰ ਸਾਹਿਬ ਆਪਣੇ ਟੀਵੀ ਸੈੱਟ ਦੀ ਆਵਾਜ਼ ਘੱਟ ਕਰ ਲਓ, ਸਾਨੂੰ ਸਾਡਾ ਰਿਪੀਟ ਸੁਣਦਾ ਹੈ ਕਿਉਂਕਿ ਡਿਲੇ ਹੁੰਦੀ ਹੈ 2-4 ਮਿੰਟ ਦੀ। ਡਾਕਟਰ ਸਾਹਿਬ ਟੀਵੀ ਸੈੱਟ ਦੀ ਆਵਾਜ਼ ਘੱਟ ਕਰ ਲਓ ਪਲੀਜ਼। ਹੈਲੋ ਜੀ ਪਾਲ ਸਾਹਿਬ ਤੁਸੀਂ ਆਪਣੇ ਟੀਵੀ ਸੈੱਟ ਦੀ ਆਵਾਜ਼ ਥੋੜੀ ਜੀ ਘੱਟ ਕਰ ਲਓ ਕਿਉਂਕਿ ਸਾਡੀ ਹੀ ਆਵਾਜ਼ ਵਾਪਸ ਸਾਡੇ ਕੋਲ ਆਈ ਜਾਂਦੀ ਹੈ, ਤੇ ਤੁਸੀਂ ਆਪਣੇ ਵਿਚਾਰ ਰੱਖ ਸਕਦੇ ਹੋ ਵੀ ਜਾਂ ਤੁਹਾਡਾ ਕੋਈ ਕੇਸ ਹੈ। ਹਾਂਜੀ ਹਾਂਜੀ ਜੀ। ਇਹ ਗੱਲ ਸਭ ਤੋਂ ਪਹਿਲਾਂ ਤਾਂ ਤੁਹਾਡੇ ਜਿਹੜੇ ਹਮਦਰਦ ਟੀਵੀ ਵਾਲਿਆਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਉਹ ਤੁਸੀਂ ਟਾਈਮ ਟੂ ਟਾਈਮ ਹਰ ਇੱਕ ਮਸਲਿਆਂ ਦੇ ਹੁਣ ਵੀ ਤੁਸੀਂ ਜਿਹੜੇ ਸੁਨੀਲ ਮੱਲਨ ਨੇ ਐਡਵੋਕੇਟ ਜੀ, ਉਹ ਤੋਂ ਵੀ ਜਿਹੜੀ ਕਾਨੂੰਨੀ ਤੁਸੀਂ ਸਲਾਹ ਲੈ ਰਹੇ ਆ, ਇਹਦੇ ਨਾਲ ਜਿੰਨੇ ਵੀ ਕੈਨੇਡਾ ਵਿੱਚ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵੱਖ-ਵੱਖ ਸਟੇਟਾਂ ਵਿੱਚ ਬੈਠ ਰਹੇ ਆ ਜੀ, ਉਹ ਪੂਰੀ ਇਹਨਾਂ ਦੀ ਸੁਣ ਰਹੇ ਆ। ਇਹ ਤੇ ਤੁਹਾਡਾ ਬਹੁਤ ਧੰਨਵਾਦ ਕਿ ਕਿਸਾਨ ਜਿਹੜੇ ਪੂਰਾ ਸਾਲ ਬੈਠਣ ਹੋ ਗਏ, 700 ਕਿਸਾਨ ਜਿਹੜਾ ਸ਼ਹੀਦ ਹੋਇਆ ਜੀ, ਇਹ ਵੀ ਇੱਕ ਬੜੀ ਸੁਨਹਿਰੀ ਅੱਖਾਂ ਵਿੱਚ ਇਹ ਜਿਹੜਾ ਨਜ਼ਾਰਾ ਲਿਖਿਆ ਜਾਵੇ। ਓਕੇ ਜੀ ਧੰਨਵਾਦ ਪਾਲ ਸਾਹਿਬ ਆਪਣੇ ਵਿਚਾਰ ਰੱਖਣ ਦੇ ਲਈ। ਤਾਂ ਬਿਲਕੁਲ ਮੱਲਨ ਸਾਹਿਬ ਲੋਕ ਜੋ ਨੇ ਲਗਾਤਾਰ ਸ਼ਲਾਘਾ ਕਰਦੇ ਨੇ ਵੀ ਸਮੇਂ-ਸਮੇਂ ਤੇ ਆਪਾਂ ਚਲੰਤ ਮੁੱਦਿਆਂ ਦੇ ਉੱਤੇ ਗੱਲਬਾਤ ਕਰਦੇ ਆ ਵੀ ਉਸ ਦਾ ਮੇਨ ਫੈਕਟ ਕੀ ਪਵੇਗਾ ਸਾਡੀ ਸੋਸਾਇਟੀ ਦੇ ਉੱਤੇ। ਤਾਂ ਇਹਨਾਂ ਨੇ ਵੀ ਜਿਵੇਂ ਖੇਤੀ ਕਾਨੂੰਨਾਂ ਦਾ ਹੀ ਜ਼ਿਕਰ ਕੀਤਾ, ਕਹਿੰਦੇ ਵੀ ਵਧੀਆ ਹੈ ਵੀ ਕਾਨੂੰਨੀ ਪ੍ਰਕਿਰਿਆ ਸਾਨੂੰ ਪਤਾ ਲੱਗਦੀ ਹੈ। ਜਿਸ ਤਰ੍ਹਾਂ ਆਪਾਂ ਵੀ ਕਿਹਾ ਵੀ ਕਾਨੂੰਨੀ ਪ੍ਰਕਿਰਿਆ ਥੋੜੀ ਜਿਹੀ ਲੰਬੀ ਹੋ ਸਕਦੀ ਹੈ ਇਹਨਾਂ ਨੂੰ ਰੱਦ ਕਰਨ ਦੀ, ਪਰ ਜੇਕਰ ਇਹ ਕਾਨੂੰਨ ਰੱਦ ਹੋ ਜਾਂਦੇ ਨੇ ਤਾਂ ਕੀ ਦੁਬਾਰਾ ਕੋਈ ਇਦਾਂ ਦੇ ਕਾਨੂੰਨ ਇਸੇ ਤਰ੍ਹਾਂ ਦੇ ਦੁਬਾਰਾ ਲਿਆਂਦੇ ਜਾ ਸਕਦੇ ਨੇ? ਮਰਨਾ ਉਹਨਾਂ ਨੂੰ ਪਹਿਲਾਂ ਅਕਲ ਨਹੀਂ ਆਈ ਜਿਹੜੇ ਦੁਬਾਰਾ ਲਿਆਉਣਗੇ। ਨਹੀਂ ਘੁਮਾ ਫਿਰ ਆ ਕੇ ਕਹਿੰਦੇ ਵੀ ਕੰਨ ਸਿੱਧਾ ਨਾ ਫੜੋ, ਕੰਨ ਪੁੱਠਾ ਫੜ ਲਓ। ਪੰਜਾਬ ਦੇ ਲੋਕ ਭੋਲੇ ਭਾਲੇ ਨੇ ਮਗਰ ਲੱਗ ਜਾਂਦੇ ਨੇ। ਨਹੀਂ ਉਹਨਾਂ ਨੂੰ ਇਹ ਜ਼ਰੂਰ ਪਤਾ ਲੱਗਿਆ ਭੋਲੇ ਭਾਲੇ ਜ਼ਰੂਰ ਨੇ ਪਰ ਅੜੀਅਲ ਨੇ ਜੀ। ਦੇਖੋ ਸਾਡੇ ਪੰਜਾਬ ਦੀ ਇੱਕ ਕਹਾਵਤ ਬਣੀ ਹੈ ਵੀ ਸਾਡਾ ਪੰਜਾਬੀ ਜੱਟ ਗੰਨਾ ਨਹੀਂ ਦਿੰਦਾ ਗੁੜ ਦਿੰਦਾ, ਉਹ ਵੀ ਘਰ ਜਾ ਕੇ ਜੀ। ਬਿਲਕੁਲ ਇੱਕ ਹੋਰ ਦਰਸ਼ਕ ਸਾਡੇ ਨਾਲ ਜੁੜ ਰਹੇ ਨੇ ਜੀ। ਹਾਂਜੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਬੇਟੇ ਜੀ। ਸਤਿ ਸ੍ਰੀ ਅਕਾਲ ਸਰ। ਸੁਨੀਲਾ ਸਾਹਿਬ ਨੂੰ ਵੀ ਸਤਿ ਸ੍ਰੀ ਅਕਾਲ ਜੀ। ਤੇ ਮੈਂ ਤਾਂ ਗੱਲ ਇਹ ਕਰਦੀ ਆ ਵੀ ਮੈਂ ਐਡਵੈਂਟਰ ਤੋਂ ਬੋਲਦਾ ਕੈਨੇਡਾ ਤੋਂ ਜੀ ਸਰ। ਇਹ ਮੈਨੂੰ ਆਏ ਨੂੰ ਹੋ ਗਏ 40 ਸਾਲ ਬਾਹਰ ਕੈਨੇਡਾ 'ਚ, ਤੇ ਮੇਰੀ ਫੈਮਿਲੀ ਵੀ ਇੱਥੇ ਆ ਗਈ ਬਾਅਦ ਵਿੱਚ ਜੀ। ਤੇ ਹੁਣ ਜਿਹੜਾ ਪਿੱਛੇ ਪਿੰਡ 'ਚ ਮਕਾਨ ਹੈ ਸਾਡਾ ਜੀ, ਪਹਿਲਾਂ ਤਾਂ ਥੋੜਾ ਜਿਹਾ ਸਾਡਾ ਨਜਾਇਜ਼ ਕਬਜ਼ਾ ਵੀ ਕਰ ਲਿਆ, ਜਦੋਂ ਉਹਦੇ ਨਾਲ ਕੰਧ ਵੀ ਕਰਨ ਦੀ ਸਾਡੇ ਮੇਰੇ ਭਰਾ ਦਾ ਮਕਾਨ ਲੈ ਕੇ ਉਹਨਾਂ ਨੇ ਜਿਹੜੀ ਜਿੱਦਾਂ ਵੀ ਮੇਰਾ ਭਰਾ ਦਾ ਗੁਜ਼ਰ ਚੁੱਕਿਆ। ਤੇ ਹੁਣ ਜਿਹੜਾ ਮੇਰਾ ਮਕਾਨ ਉੱਥੇ ਨਾ ਤਾਂ ਮੀਟਰ ਹੈ, ਨਾ ਕੋਈ ਪਾਣੀ ਦਾ
ਟੂਟੀ ਲੱਗੀ ਹੈ, ਕੁਛ ਨਹੀਂ, ਮੀਟਰ ਕੋਈ ਨਹੀਂ ਹੈਗਾ। ਤੇ ਉਹਦਾ ਹੁਣ ਜਿਹੜੀ ਆ ਲਾਲ ਲੈਣ ਦੇ ਅੰਦਰ ਕਹਿੰਦੇ ਰਜਿਸਟਰੀਆਂ ਬਣਨੀਆਂ। ਹੁਣ ਮੈਂ ਇੱਥੇ ਬੈਠਾ ਕਿਆ ਕਰ ਸਕਦਾ ਹੈ ਵੀ, ਕਿਉਂਕਿ ਮਕਾਨ ਤਾਂ ਖਾਲੀ ਪਿਆ ਹੈ ਵੀ, ਹੁਣ ਮੈਂ ਇੱਥੇ ਬੈਠਾ ਕਿਆ ਕਰ ਸਕਦਾ। ਜਿੰਨਾ ਕਹੇਗਾ ਜ਼ਮੀਨ ਵੀ ਮੇਰੀ ਤੇ ਕਬਜ਼ਾ ਕਰਿਆ ਵਾ, ਜਦੋਂ ਉਹ ਤਾਂ ਮੈਂ ਸਬਰ ਕਰ ਲਿਆ ਵੀ, ਕਿਉਂਕਿ ਕੇਸ ਲੜਦਾ ਬੜਾ ਔਖਾ ਹੈ। ਇੱਥੋਂ ਜਾਣਾ, ਮੈਂ ਵੀ, ਮੇਰੀ ਵੀ ਉਮਰ 70 ਸਾਲ ਦੀ ਹੋ ਗਈ ਵੀ। ਹੁਣ ਉਹਦੇ ਬਾਰੇ ਵਿੱਚ ਮੈਂ ਪੁੱਛਣਾ ਚਾਹੁੰਦਾ ਸੀ ਵੀ ਚਲੋ ਮਕਾਨ ਜੇ ਬੱਚਿਆਂ ਨੇ ਜਾਣਾ ਹੋਵੇ, ਮੇਰੇ ਕੋਈ ਲੜਕਾ ਉਹਨੇ ਜਾਣਾ ਤਾਂ ਇਹ ਨਹੀਂ, ਪਰ ਜੇ ਕਿਤੇ ਜਾਣਾ ਪਵੇ ਤਾਂ ਦਿਲ ਕਰੇ ਆਪਣਾ ਮਕਾਨ ਸਵਾਰਨ ਲਈ, ਸਾਰਾ ਕੁਝ ਕਰਨ ਲਈ। ਤੇ ਉਹਦੇ ਬਾਰੇ ਵਿੱਚ ਕਿਆ ਹੋ ਸਕਦਾ ਜੇ ਰਜਿਸਟਰੀ ਮੈਂ ਨਾ ਗਿਆ ਤਾਂ ਰਜਿਸਟਰੀ ਦਾ ਬੰਦਾ ਕੋਈ ਵੀ ਕਰਾ ਸਕਦਾ। ਇਹਦੇ ਬਾਰੇ ਵਿੱਚ ਮੈਂ ਸੁਨੀਲ ਸਾਹਿਬ ਨੂੰ ਪੁੱਛਣਾ ਸੀ ਵੀ ਇਹਦੇ ਬਾਰੇ ਵਿੱਚ ਮੈਨੂੰ ਦੱਸਿਓ ਜਰਾ ਕੁ ਵਿਸਤਾਰ ਨਾਲ। ਥੈਂਕ ਯੂ ਵੈਰੀ ਮਚ। ਜੀ ਬਿਲਕੁਲ ਬਾਪੂ ਜੀ, ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜੇ ਰਹੋ। ਮੱਲਨ ਸਾਹਿਬ ਜ਼ਰੂਰ ਤੁਹਾਨੂੰ ਦੱਸਣਗੇ ਵੀ ਇਸ ਕੇਸ ਦੇ ਵਿੱਚ ਕਿਸ ਤਰ੍ਹਾਂ ਅਸੀਂ ਸੋਲੂਸ਼ਨ ਕੱਢ ਸਕਦੇ ਹਾਂ। ਤਾਂ ਮੱਲਨ ਸਾਹਿਬ, ਇਹਨਾਂ ਦਾ ਕੇਸ ਬੜਾ, ਜਿਸ ਤਰ੍ਹਾਂ ਆਪਾਂ ਜ਼ਿਕਰ ਕਰ ਰਹੇ ਸੀ, ਕੰਪਲਿਕੇਟਡ ਜਿਹਾ ਹੈ ਵੀ ਭਰਾ ਦੇ ਵੱਲੋਂ ਹੀ ਕਬਜ਼ਾ ਕਰ ਲਿਆ ਜਾਂਦਾ ਤੇ ਹੁਣ ਉਹ ਲਾਲ ਲਕੀਰ ਦੇ ਵਿੱਚ ਆਪਣੀ ਰਜਿਸਟਰੀ ਕਿਸ ਤਰ੍ਹਾਂ ਕਰਾ ਸਕਦੇ ਨੇ? ਨਾ ਕੋਈ ਮੀਟਰ ਹੈ, ਨਾ ਕੋਈ ਬਿੱਲ ਹੈ, ਕੁਝ ਵੀ ਆਪਣੇ ਹੱਕ ਦੇ ਵਿੱਚ ਨਹੀਂ ਹੈ। ਦੇਖੋ, ਜਿਹੜਾ ਇਹਨਾਂ ਦੇ ਭਰਾ ਨੇ ਕਬਜ਼ਾ ਕੀਤਾ ਹੈ, ਉੱਥੇ ਬੈਠਿਆਂ ਵੀ ਕੇਸ ਲੜ ਸਕਦੇ ਆ। ਪਹਿਲਾਂ ਤਾਂ ਮੈਂ ਇਹਨਾਂ ਨੂੰ ਦੱਸ ਦਿੰਦਾ ਕਿ ਹੁਣ ਇੰਡੀਆ ਦਾ ਵੀ ਸਿਸਟਮ ਬਹੁਤ ਵਧੀਆ ਹੋ ਚੁੱਕਾ ਹੈ ਜੀ। ਈਵਨ ਵੀਡੀਓ ਕਾਨਫਰੰਸਿੰਗ ਤੇ ਤੁਹਾਡੀ ਗਵਾਹੀ ਹੋ ਸਕਦੀ ਹੈ ਔਰ ਕਈ ਸਾਰੇ ਹੋਰ ਚੀਜ਼ਾਂ ਨੇ ਜਿਹੜੇ ਤੁਹਾਨੂੰ ਮਿਲ ਸਕਦੇ ਨੇ। ਈਵਨ ਤੁਹਾਡੇ ਇੱਥੇ ਜਿਹੜੇ ਵਕੀਲ ਨੇ ਜਾਂ ਜਿਹੜਾ ਵੀ ਹੈ ਉਹ ਪੈਰਵਾਈ ਕਰ ਸਕਦੇ ਨੇ। ਸੋ ਪਹਿਲੀ ਗੱਲ ਤੇ ਦਿਲ ਚੋਂ ਕੱਢ ਦੇਣ। ਨੋ ਡਾਊਟ ਪੈਸੇ ਲੱਗਣੇ ਆ, ਜ਼ੋਰ ਲੱਗਣਾ ਹੈ, ਦੌੜ ਲੱਗਣੀ ਹੈ, ਸੂਚਨਾ ਇਕੱਠੀ ਕਰਨੀ ਹੈ। ਜਦੋਂ ਬੰਦਾ ਆਪ ਕਰਦਾ ਤੇ ਉਹਦੇ 4 ਪੈਸੇ ਬਚਦੇ ਆ। ਜਦੋਂ ਕਿਸੇ ਵੀ ਪ੍ਰੋਫੈਸ਼ਨਲ ਦੇ ਥਰੂ ਕਰਾਏਗਾ ਡੈਫੀਨਿਟਲੀ ਉਹ ਪੈਸੇ ਵੀ ਲਏਗਾ। ਕੰਮ ਤੇ ਹੁੰਦਾ ਹੀ ਹੁੰਦਾ। ਸੋ ਪਹਿਲੀ ਗੱਲ ਤੇ ਜਦੋਂ ਤੁਸੀਂ ਆਪਣੀ ਮਾਲਕੀ ਐਸਟੈਬਲਿਸ਼ ਕਰਨੀ ਹੈ ਤੇ ਤੁਸੀਂ ਇੱਕ ਰਜਿਸਟਰਡ ਪੋਸਟ ਲੈਟਰ, ਜਿਹੜੀ ਵੀ ਤੁਹਾਡੀ ਨਗਰ ਕੌਂਸਲ ਜਾਂ ਪੰਚਾਇਤ ਜਾਂ ਜੋ ਵੀ ਉਹ ਬਣਦੀ ਹੈ ਉੱਥੇ, ਉਹਨਾਂ ਨੂੰ ਜ਼ਰੂਰ ਪਾਓ ਤੇ ਦੱਸੋ ਕਿ ਮੇਰਾ ਆਹ ਨਕਸ਼ਾ ਤੇ ਆਹ ਮੇਰਾ ਘਰ ਹੈ ਤੇ ਇੰਨਾ ਮੇਰਾ ਘਰ ਸੀ ਤੇ ਇਹਦਾ ਮੈਂ ਮਾਲਕ ਹਾਂ ਅੱਜ ਦੀ ਡੇਟ 'ਚ ਵੀ। ਸੋ ਉਹਨਾਂ ਨਾਲ ਪੱਤਰ ਵਿਹਾਰ ਸ਼ੁਰੂ ਕਰੋ, ਰਜਿਸਟਰਡ ਪੋਸਟ ਭੇਜੋ, ਠੀਕ ਹੈ ਜੀ। ਜਾਂ ਉੱਥੇ ਬਿਜਲੀ ਦਾ ਬਿੱਲ ਅਪਲਾਈ ਕਰਨ ਲਈ 1 ਕਿਲੋਵਾਟ ਦਾ ਮੀਟਰ ਅਪਲਾਈ ਕਰ ਦਿਓ। ਕਿੰਨਾ ਔਖਾ, ਕਿਤੇ 1000-2000 ਰੁਪਏ ਲੱਗੇਗਾ, ਪਲੱਸ 20-30 ਰੁਪਏ ਮਹੀਨੇ ਦਾ ਬਿੱਲ ਆਏਗਾ। ਉਹ ਵਾਲਾ ਕੰਮ ਕਰ ਸਕਦੇ ਹੋ ਤੁਸੀਂ ਜੀ। ਫਿਰ ਈਵਨ ਆਪਣੇ ਘਰ ਦੇ ਛੱਤ ਤੇ ਰੂਫਟਾਪ ਤੇ ਸੋਲਰ ਪੈਨਲ ਲਾ ਦਿਓ। ਸੋਲਰ ਪੈਨਲ ਤੇ ਵੀ ਜਿਹੜੀ ਬੱਤੀ ਪ੍ਰੋਡਿਊਸ ਹੋਏਗੀ ਉਹ ਬੱਤੀ ਵਾਪਸ ਜਾਏਗੀ। ਸੋ ਕਿਸੇ ਨਾ ਕਿਸੇ ਤਰੀਕੇ ਆਪਣੇ ਆਪ ਨੂੰ ਤੁਸੀਂ ਉੱਥੇ ਕਾਬਜ਼ ਤੇ ਮਾਲਕ ਤੇ ਸ਼ੋਅ ਕਰਨਾ ਹੀ ਪਏਗਾ। ਉੱਥੋਂ ਦੇ ਐਡਰੈਸ ਤੇ ਤੁਸੀਂ ਆਪਣਾ ਪੈਨ ਕਾਰਡ ਬਣਵਾ ਸਕਦੇ ਹੋ, ਪੈਨ ਕਾਰਡ ਦੀ ਡਿਲੀਵਰੀ ਕਰ ਸਕਦੇ ਹੋ। ਜੇ ਤੁਹਾਡੇ ਨਾਲ ਤੇ ਉੱਥੇ ਕੋਈ ਚਿੱਠੀ ਆਉਂਦੀ ਹੈ, ਹੁਣ ਕੋਈ ਰਹਿੰਦਾ ਹੈ ਕਿ ਨਹੀਂ ਰਹਿੰਦਾ, ਇਹ ਪਤਾ ਕਰਨਾ ਪਏਗਾ ਜੀ। ਫਿਰ ਮਤਲਬ ਹੋਰ ਕਈ ਸਾਰੇ ਤਰੀਕੇ ਨੇ ਕੇਸ ਸਮਝਣ ਤੋਂ ਬਾਅਦ, ਕਿਉਂਕਿ ਫੋਨ ਤੇ ਜਾਂ ਟੀਵੀ ਤੇ ਬੜੀ ਲਿਮਿਟਿਡ ਸੂਚਨਾ ਮਿਲਦੀ ਹੈ ਔਰ ਉਸ ਬੇਸ ਤੇ ਰਸਤੇ ਬਹੁਤ ਸਾਰੇ ਨੇ ਆਪਣੇ ਆਪ ਨੂੰ ਉੱਥੇ ਕਾਬਜ਼ ਤੇ ਮਾਲਕ ਵਿਖਾਉਣ ਦੇ। ਬੈਂਕ ਦੀ ਕਾਪੀ ਬਣਾ ਸਕਦੇ ਹੋ ਤੁਸੀਂ ਆਪਣੀ ਉਸ ਐਡਰੈਸ ਨੂੰ ਦੇ ਕੇ ਜੀ। ਤੁਹਾਡੇ ਹੁੰਦੇ ਪਰ ਸਿਟੀਜ਼ਨ ਬਣ ਚੁੱਕੇ ਹੋਣਗੇ, ਫੋਰਨ ਦੇ ਐਡਰੈਸ ਨੇ। ਸੋ ਕਈ ਸਾਰੀਆਂ ਹੋਰ ਚੀਜ਼ਾਂ ਨੇ ਜਿਹੜੀਆਂ ਆਪਾਂ ਕਰ ਸਕਦੇ ਹਾਂ। ਅਖਬਾਰ 'ਚ ਕਢਾ ਸਕਦੇ ਹਾਂ ਕਿ ਹਾਂਜੀ ਮੈਂ ਇਸ ਏਰੀਆ ਦਾ ਮਾਲਕ ਹਾਂ ਇੰਨਾ। ਔਰ ਜਿਹੜਾ ਤੁਹਾਡੇ ਭੈਣ ਭਰਾਵਾਂ ਨੇ ਕਬਜ਼ਾ ਕੀਤਾ ਡੈਫੀਨੇਟਲੀ ਉਹਦੇ ਲਈ ਪੁਲਿਸ ਕੰਪਲੇਂਟ ਪੈ ਸਕਦੀ ਹੈ ਜੀ। ਮਤਲਬ ਪੰਚਾਇਤ ਲਿਖ ਕੇ ਦੇ ਸਕਦੀ ਹੈ ਕਿ ਆਹ ਵਾਲਾ ਜਿਹੜਾ ਮਕਾਨ ਹੈ ਇੰਨੇ ਗਜ ਦਾ ਇਸ ਬੰਦੇ ਦਾ। ਕਈ ਕੁਝ ਹੋਰ ਚੀਜ਼ਾਂ ਹੋ ਸਕਦੀਆਂ। ਸੋ ਪ੍ਰਨੋਟ ਬਣਦੇ ਨੇ, ਪੁਰਾਣੇ ਪ੍ਰਨੋਟ ਹੋਣਗੇ ਤੁਹਾਡੇ ਕੋਲ, ਜਾਂ ਤੁਹਾਡੇ ਫਾਦਰ ਦਾ ਫੋਰ ਦਾ ਜ਼ਿਕਰ ਹੋਏਗਾ ਕਿ ਉਹਨਾਂ ਦੇ ਕਬਜ਼ੇ 'ਚ ਜ਼ਮੀਨ ਸੀਗੀ। ਸੋ ਸਾਰੀਆਂ ਚੀਜ਼ਾਂ ਤੇ ਤੁਹਾਨੂੰ ਥੋੜਾ ਜਿਹਾ ਧਿਆਨ ਰੱਖਣਾ ਪਏਗਾ। ਕੰਸਰਨਡ ਡਿਪਾਰਟਮੈਂਟਸ ਨੂੰ ਟਾਈਮ ਟੂ ਟਾਈਮ ਚਿੱਠੀ ਪਾ ਕੇ ਕਿਸੇ ਤਰੀਕੇ ਲਿਆਣਾ ਪਏਗਾ ਜੀ। ਬਿਲਕੁਲ ਮੱਲਨ ਸਾਹਿਬ, ਇਸ ਤਰ੍ਹਾਂ ਦਾ ਇੱਕ ਕੇਸ ਆਪਾਂ ਰੀਸੈਂਟਲੀ ਸਾਡੀ ਸੁਸਾਇਟੀ ਦੇ ਵਿੱਚ ਵੇਖਣ ਨੂੰ ਮਿਲਿਆ ਵੀ ਇੱਕ ਪਿਓ ਦੇ 3 ਮੁੰਡੇ ਸੀਗੇ। ਇੱਕ ਮੁੰਡੇ ਦਾ ਜੋ ਪੁੱਤ ਹੁੰਦਾ ਹੈ ਉਹ ਬਾਹਰ ਚਲਿਆ ਜਾਂਦਾ ਹੈ। 2 ਪਿੱਛੋਂ ਜਿੰਨੀ ਜ਼ਮੀਨ ਜਾਇਦਾਦ ਹੁੰਦੀ ਹੈ, ਕਾਫੀ ਰਿਚ ਫੈਮਿਲੀ ਨੇ, 2 ਭਰਾਵਾਂ ਦੇ ਵੱਲੋਂ ਵੰਡ ਲਈ ਜਾਂਦੀ ਹੈ ਤੇ ਜਿਹਦਾ ਮੁੰਡਾ ਬਾਹਰ ਜਾਂਦਾ ਹੈ ਉਹ ਪਿਓ ਦੀ ਵੀ ਡੈਥ ਹੋ ਜਾਂਦੀ ਹੈ। ਹੁਣ ਉਹ ਮੁੰਡਾ ਕਹਿੰਦਾ ਵੀ ਮੈਨੂੰ ਵੀ ਜਾਇਦਾਦ ਦੇ ਵਿੱਚੋਂ ਹਿੱਸਾ ਮਿਲਣਾ ਚਾਹੀਦਾ ਹੈ, ਪਰ ਉਹਦੇ 2 ਭਰਾ ਜਿਹੜੇ ਆਪਣੇ ਦਾਦੇ ਦੀ ਪਿਓ ਦੀ ਜਾਇਦਾਦ ਦੇ ਵਿੱਚੋਂ ਉਸ ਪੋਤੇ ਨੂੰ ਹਿੱਸਾ ਨਹੀਂ ਦੇ ਰਹੇ। ਤਾਂ ਇਸ ਤਰ੍ਹਾਂ ਦੇ ਕੇਸ ਦੇ ਵਿੱਚ ਅਸੀਂ ਕਿਸ ਤਰ੍ਹਾਂ ਨਿਪਟਾਰਾ ਕਰ ਸਕਦੇ ਹਾਂ ਜਾਂ ਆਪਾਂ ਆਪਣੇ ਹੱਕ ਕਿਸ ਤਰ੍ਹਾਂ ਲੈ ਸਕਦੇ ਹਾਂ? ਦੇਖੋ ਜੀ, ਇਹਦੇ ਵਿੱਚ 2-3 ਪੁਆਇੰਟਸ ਨੇ ਪੁੱਛਣ ਵਾਲੇ, ਸਮਝਣ ਵਾਲੇ। ਜੇ ਤੇ ਗ੍ਰੈਂਡਫਾਦਰ ਦੇ ਨਾਂ ਤੇ ਜਾਂ
ਸੁਪਰ ਗ੍ਰੈਂਡਫਾਦਰ ਦੇ ਨਾਂ ਤੇ ਜ਼ਮੀਨ ਸੀ ਜੀ, ਔਰ ਉਹ ਅੱਗੋਂ ਫਾਦਰ ਨੂੰ ਮਿਲੀ। ਫਾਦਰ ਨੇ ਅੱਗੇ ਮੁੰਡਿਆਂ ਨੂੰ ਦੇ ਦਿੱਤੀ। ਬੇਸ਼ੱਕ ਫਾਦਰ ਦੇ ਨਾਂ ਤੋਂ 2 ਮੁੰਡਿਆਂ ਨੇ ਵਸੀਅਤ ਕਰਾਈ ਹੋਵੇ ਆਪਣੇ ਨਾਂ ਤੇ ਜੀ, ਉਸ ਵਸੀਅਤ ਨੂੰ ਤੋੜਨ ਦਾ ਅਧਿਕਾਰ ਵੀ ਹੈਗਾ ਤੀਸਰੇ ਮੁੰਡੇ ਕੋਲ। ਔਰ ਤੀਸਰਾ ਮੁੰਡਾ ਜਦੋਂ ਆਪਣੇ ਸੁਪਰ ਗ੍ਰੈਂਡਫਾਦਰ ਤੇ ਗ੍ਰੈਂਡਫਾਦਰ ਦੀ ਜ਼ਮੀਨ ਦੀਆਂ ਫਰਦਾਂ ਕਢਾ ਲੇ ਜੀ, ਔਰ ਜਿਹੜੀ ਇਹਨਾਂ ਨੇ 2 ਭਰਾਵਾਂ ਨੇ ਬਦਮਾਸ਼ੀ ਕੀਤੀ ਹੈ, ਸਾਨੂੰ ਉਹਦੇ ਕਾਗਜ਼ ਕਢਾਣੇ ਪੈਣਗੇ ਵੀ ਉਹਨਾਂ ਨੇ ਟ੍ਰਾਂਸਫਰ ਕਿਸ ਬਿਹਾਵ ਤੇ ਕਰਾਈ ਜੀ। ਤੇ ਹੁਣ ਮੈਂ ਆਪਣੇ ਦਰਸ਼ਕਾਂ ਨੂੰ ਇੱਕ ਗੱਲ ਬੜੀ ਜ਼ਰੂਰੀ ਦੱਸਣਾ ਚਾਹੁੰਦਾ। ਇਹ ਦੱਸਣਾ ਚਾਹੁੰਦਾ ਕਿ ਮੰਨ ਲਓ ਅਸੀਂ 2 ਭੈਣ ਭਰਾ ਹਾਂ ਜਾਂ 3 ਭੈਣ ਭਰਾ ਹਾਂ, ਮੇਰੀ ਅਰਬਨ ਏਰੀਆ 'ਚ ਪ੍ਰਾਪਰਟੀ ਹੈ ਜਾਂ ਮੇਰੇ ਖੇਤ ਨੇ, ਮੇਰੇ ਫਾਦਰ ਦੇ ਨਾਂ ਤੇ ਖੇਤ ਸੀ ਤੇ ਮੈਂ ਟ੍ਰਾਂਸਫਰ ਅਪਲਾਈ ਕਰਾਂ ਜੀ, ਜੇ ਮੈਂ ਉੱਥੇ ਸਿਰਫ ਇਹ ਲਿਖਿਆ ਕਿ ਮੰਨ ਲਓ ਇਹ 3 ਭੈਣ ਭਰਾਵਾਂ, ਮੈਂ ਆ ਤੁਸੀਂ ਉਹ ਤੇ 1 ਜਣਾ ਹੋਰ ਹੈ ਜੀ, ਮੰਨ ਲਓ ਮੈਂ ਇਕੱਲਾ ਲਿਖਦਾ ਕਿ ਸੁਨੀਲ ਕੁਮਾਰ ਇਕੱਲਾ ਹੀ ਬੇਟਾ ਹੈ, ਨਵਦੀਪ ਵੀ ਹੈ ਨਹੀਂ ਤੇ ਤੀਜਾ ਵੀ ਹੈ ਨਹੀਂ ਜੀ, ਤੇ ਮੈਂ ਆਪਣੇ ਨਾਂ ਤੇ ਟ੍ਰਾਂਸਫਰ ਕਰਾ ਲੈਣਾ। ਜਾਂ ਮੈਂ ਤੇ ਨਵਦੀਪ ਦੋਵੇਂ ਰਲ ਜਾਂਦੇ ਕਿ ਨਵਦੀਪ ਆ ਜਾ ਭੈਣ ਭਰਾ ਬਣ ਜਾਂਦੇ ਆ, ਰਲ ਕੇ ਆਪਾਂ ਡੈਡੀ ਦੀ ਜਾਂ ਦਾਦੇ ਦੀ ਪ੍ਰਾਪਰਟੀ ਆਪਣੇ ਨਾਂ ਤੇ ਲਵਾਉਂਦੇ ਆ ਜੀ, ਸ਼ੇਅਰ ਨੂੰ ਦੱਸਦੇ ਹੀ ਨਹੀਂ ਮੰਨ ਲਓ ਜੀ। ਉਸ ਕੇਸ 'ਚ ਜੇ ਅਸੀਂ ਆਪਣੀ ਅੰਡਰਟੇਕਿੰਗ ਗਲਤ ਦਿੱਤੀ ਹੈ ਜੀ, ਪਿਤਾ ਦਾ ਨਾਂ ਤੇ ਮਾਤਾ ਦਾ ਨਾਂ ਦੇ ਕੇ ਸਾਡੇ 2 ਭੈਣ ਭਰਾ, ਇਹ ਦੋਨਾਂ ਮਾਂ ਪਿਓ ਚੋਂ ਸਿਰਫ 2 ਹੀ ਭੈਣ ਭਰਾ ਸੀ ਸਾਡੇ ਨਾਂ ਤੇ ਪ੍ਰਾਪਰਟੀ ਕਰਤੀ ਜਾਵੇ ਜੀ, ਤਾਂ ਵੀ ਉਹ ਫਰਾਡ ਹੈ। ਮੰਨ ਲਓ ਮੇਰੇ ਫਾਦਰ ਦੇ 2 ਸ਼ਾਦੀਆਂ ਹੋਈਆਂ ਸੀ, ਮੇਰੀ ਮਦਰ ਦੀ ਡੈਥ ਤੋਂ ਬਾਅਦ ਫਾਦਰ ਨੇ ਦੂਜੀ ਸ਼ਾਦੀ ਕੀਤੀ ਤੇ ਉਹਦੇ ਚੋਂ ਵੀ ਬੱਚੇ ਹੋਏ ਤੇ ਭੈਣ ਭਰਾ ਹੋਏ ਮੇਰੇ ਜੀ। ਜੇ ਮੈਂ ਉਦੋਂ ਵੀ ਪ੍ਰਾਪਰਟੀ ਟ੍ਰਾਂਸਫਰ ਕਰਨ ਲੱਗਿਆ ਬਿਨਾਂ ਵਸੀਅਤ ਤੋਂ, ਜੇ ਮੈਂ ਉਹਨਾਂ ਨੂੰ ਛੁਪਾਉਣਾ ਵਾ ਤਾਂ ਵੀ ਮੈਂ ਗੁਨੇਗਾਰ ਹਾਂ। ਮੈਨੂੰ ਉਹ ਚੀਜ਼ ਡਿਕਲੇਅਰ ਕਰਨੀ ਚਾਹੀਦੀ ਹੈ ਜੇ ਮੈਂ ਕਾਨੂੰਨੀ ਪਛੜੇ ਤੋਂ ਬਚਣਾ ਕਿ ਠੀਕ ਹੈ ਮੇਰੇ ਫਾਦਰ ਸੀ, ਫਾਦਰ ਦੀ ਪਹਿਲੀ ਵਾਈਫ ਦਾ ਨਾਮ ਏ ਸੀ। ਬਿਲਕੁਲ ਮਲਨ ਸਾਹਿਬ, ਮੈਂ ਤੁਹਾਨੂੰ ਰੋਕਣਾ ਚਾਹਾਂਗੀ ਕਿਉਂਕਿ ਇੱਕ ਦਰਸ਼ਕ ਸਾਡੇ ਨਾਲ ਜੁੜ ਰਹੇ ਨੇ। ਹਾਂਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਬਲਵੰਤ ਸਿੰਘ ਬੋਲ ਰਿਹਾ। ਮੈਂ ਪੁੱਛਣਾ ਚਾਹੁੰਦਾ ਜੀ ਸਰ, ਫਰੀਦਕੋਟ ਦਾ ਜਿਹੜਾ ਰਾਜਾ ਸੀ ਉਹਦੇ ਜਿਹੜੀ ਪ੍ਰਾਪਰਟੀ ਦਾ ਕੇਸ 22 ਸਾਲ ਚੱਲਿਆ, ਜਦ ਕਿ ਉਹਦੀ ਜਿਹੜੀ ਪ੍ਰਾਪਰਟੀ ਆ ਉਹ ਮੈਨੇਜਮੈਂਟ ਕਮੇਟੀ ਜਿਹੜੀ ਆ ਮੈਨੇਜ ਕਰ ਰਹੀ ਸੀ ਜੀ, ਤੇ ਉਸ ਦੀਆਂ 3 ਲੜਕੀਆਂ ਸੀ ਤੇ 22 ਸਾਲ ਦੇ ਵਿੱਚ ਇੱਕ ਲੜਕੀ ਦਾ ਦੇਹਾਂਤ ਹੋ ਗਿਆ ਤੇ ਬਾਕੀ ਫੈਸਲਾ ਫੇਰ ਆਇਆ 2 ਲੜਕੀਆਂ ਦੇ ਹੱਕ ਵਿੱਚ ਜਿਹੜੀ ਆ ਪ੍ਰਾਪਰਟੀ ਉਹਨਾਂ ਦੀ ਆ। ਇਹ ਕਿੱਥੇ ਮਿਸਟੇਕ ਆ, ਕਿੱਥੇ ਸਿਸਟਮ ਖਰਾਬ ਆ, ਕੌਣ ਬਿਹਾਈਂਡ ਇਟ ਆ ਕਿ ਇੰਡੀਆ ਦਾ ਸਿਸਟਮ ਦੁਨੀਆ ਵਿੱਚ ਇੰਨਾ ਵਸਟ ਆ। ਮੈਨੂੰ ਇੱਥੇ 2 ਵਾਰੀ ਕੇਸ ਜਾਣਾ ਪਿਆ ਜੀ, ਆਪਣੀ ਕੋਈ ਰੈਂਟਲ ਪ੍ਰੋਬਲਮ ਸੀ। ਇੱਕ ਵਾਰੀ ਜੱਜ ਨੇ ਫੈਸਲਾ ਦੇ ਦਿੱਤਾ, ਪਰ ਦੂਜੀ ਵਾਰੀ ਜਿਹੜਾ ਹੈਗਾ ਇਹਦੇ ਅਗੇਂਸਟ ਮੈਂ ਕੇਸ ਕੀਤਾ, ਉਹ ਇੱਕ ਵਾਰੀ ਕੋਰਟ ਵਿੱਚ ਨਹੀਂ ਆਇਆ, ਪਰ ਦੂਜੀ ਵਿੱਚ ਆਇਆ ਤੇ ਉਹ ਜੱਜ ਨੇ ਫਿਰ ਫੈਸਲਾ ਮੇਰੇ ਹੱਕ 'ਚ ਦੇ ਦਿੱਤਾ ਜੀ। ਇੰਡੀਆ 'ਚ ਕੀ ਪ੍ਰੋਬਲਮ ਆ, ਕੀ ਸਿਸਟਮ ਨੂੰ ਚੇਂਜ ਨਹੀਂ ਕਰ ਸਕਦੇ? ਕਿਸੇ ਦਾ ਵੀ ਇੰਨਾ ਚੰਗਾ ਦਿਮਾਗ ਨਹੀਂ ਕਿ ਟਾਈਮ ਲਿਮਿਟ ਕੀਤੀ ਜਾਵੇ। ਥੈਂਕ ਯੂ ਜੀ। ਬਿਲਕੁਲ ਮਲਨ ਸਾਹਿਬ, ਇਸ ਤਰ੍ਹਾਂ ਦੇ ਆਪਾਂ ਕੇਸ ਬਹੁਤ ਦੇਖਦੇ ਹਾਂ ਵੀ ਜੁਡੀਸ਼ਰੀ ਸਿਸਟਮ ਤੇ ਲੋਕਾਂ ਨੂੰ ਹੁਣ ਯਕੀਨ ਨਹੀਂ ਹੈ, ਜਾਂ ਫਿਰ ਉਹ ਇੰਨੇ ਲਮਕਾ ਦਿੱਤਾ ਜਾਂਦਾ ਹੈ ਵੀ ਉਸ ਤੋਂ ਬਾਅਦ ਲੋਕਾਂ ਦਾ ਭਰੋਸਾ ਹੀ ਉੱਡ ਜਾਂਦਾ। ਕਹਿੰਦੇ ਵੀ ਦੇਰ ਨਾਲ ਮਿਲਿਆ ਇਨਸਾਫ ਨਹੀਂ ਕਿਹਾ ਜਾ ਸਕਦਾ। ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਧਾਰਨਾ ਬਣ ਗਈ ਹੈ। ਮੈਂ ਇਹਦੇ 'ਚ ਨਾ ਬੜੀ ਸਿੰਪਲ ਗੱਲ ਬਾਰ-ਬਾਰ ਕਹਿਣਾ ਜੀ। ਮੇਰੇ ਕੋਲ ਇੱਕ ਪ੍ਰੈਜ਼ੀਡੈਂਟ ਹੈ, ਮੈਂ ਪਹਿਲਾਂ ਵੀ ਸ਼ੇਖਰ ਸਰ ਨੂੰ ਵੀ ਕਿਹਾ ਸੀ ਕਿ ਮੈਨੂੰ ਮੰਗਲ ਬੁੱਧਵਾਰ 'ਚ ਫੋਨ ਕਰਿਓ, ਮੈਂ ਤੁਹਾਨੂੰ ਆਪਣੇ ਉਹ ਕੇਸ ਦੇ ਡਾਕੂਮੈਂਟ ਦਿਖਾਊਂਗਾ ਜੀ। ਜੁਡੀਸ਼ਰੀ ਖਰਾਬ ਨਹੀਂ ਹੈ, ਇਹ ਧਾਰਨਾ ਪਹਿਲਾਂ ਤੇ ਬਾਹਰ ਕੱਢੋ ਜੀ। ਜੇ ਜੁਡੀਸ਼ਰੀ ਖਰਾਬ ਹੋਵੇ ਤੇ ਉਹ ਇੱਕ ਤਰਫਾ ਫੈਸਲਾ ਸੁਣਾ ਕੇ ਵਿਹਲੀ ਹੋ ਜੇ ਜੀ। ਜੁਡੀਸ਼ਰੀ ਦੋਨਾਂ ਧਿਰਾਂ ਨੂੰ ਪੂਰਾ ਮੌਕਾ ਦਿੰਦੀ ਹੈ ਆਪਣੇ ਹਰ ਪੱਖ ਨੂੰ ਰੱਖਣ ਦਾ, ਜਿਹਦਾ ਨਾਂ ਹੈ ਆਡੀ ਅਲਟਰਮ ਪਰਟਮ, ਫ੍ਰੈਂਚ ਲੈਟਿਨ ਵਰਡ ਹੈ, ਜਿਹਦਾ ਮਤਲਬ ਹੈ ਲੈਟ ਦਾ ਅਦਰ ਪਾਰਟੀ ਬੀ ਹਰਡ। ਉਹਦੇ ਵਾਸਤੇ ਅੱਜ ਕੱਲ ਕੋਰਟਸ ਨੇ ਟਾਈਮ ਬਾਉਂਡ ਸਿਸਟਮ ਕਰਨਾ ਸ਼ੁਰੂ ਕਰਤਾ ਜੀ। ਮੰਨ ਲਓ ਮੈਂ ਪਟੀਸ਼ਨ ਪਾਈ ਹੈ ਤੁਹਾਡੇ ਖਿਲਾਫ, ਤੁਸੀਂ ਜਿੱਦਣ ਸੰਮਨ ਰਿਸੀਵ ਕਰ ਲਏ ਉਦੋਂ ਤੋਂ 90 ਦਿਨਾਂ ਦੇ ਅੰਦਰ ਅੰਦਰ ਤੁਸੀਂ ਜਵਾਬ ਦੇਣਾ ਹੈ। 45 ਦਿਨ ਦਾ ਟਾਈਮ ਮੈਨੂੰ ਦਿੱਤਾ ਕਿ ਮੈਂ ਪਟੀਸ਼ਨ ਪਾਈ ਹੈ ਤੇ 45 ਦਿਨ ਤੋਂ ਬਾਅਦ ਦੀ ਡੇਟ ਮਿਲੀ, 45 ਤੋਂ 60 ਦਿਨ ਦੇ ਵਿਚਕਾਰ ਜੀ ਤੁਹਾਨੂੰ ਸਮਨਿੰਗ ਕਰਾ ਸਕਦੀ ਹੈ। ਹੁਣ ਹੁੰਦਾ ਕੀ ਹੈ, ਤੁਸੀਂ ਸ਼ਰਾਰਤੀ ਦਿਮਾਗ ਹੋ, ਤੁਸੀਂ ਮੇਰੀ ਪ੍ਰਾਪਰਟੀ ਹੜਪ ਕੇ ਰੱਖੀ ਹੋਈ ਹੈ। ਸੌਰੀ
एग्जांपल दे रहा मैं अपने आप ते लेना हुन्ना, पर चलो तुसी भी छोटी भैन जी अपनी जी, मान लो तुसी वो मेरी प्रॉपर्टी या मेरे जो भी गैर कानूनी काम करके रखा होया जी, तुसी ते चाहोगे कि मैं पहली तरीक ते जावां ही ना। ਹੁਣ 100 ਰੁਪਏ ਚੋਂ ਬੰਦਾ ਸੰਮਣ ਵਾਲਾ ਜਾਂ 200 ਰੁਪਏ ਤੁਸੀਂ ਖਰੀਦ ਲੈਂਦੇ ਹੋ ਬਿਲਕੁਲ, ਜਾਂ ਤੁਸੀਂ ਕਹਿ ਦਿੰਦੇ ਹੋ ਵੀ ਕਹਦੇ ਘਰ ਨਹੀਂ ਗਾ, ਤੁਹਾਡੇ ਕਿਹੜਾ ਮੂੰਹ ਤੇ ਲਿਖਿਆ ਨਵਦੀਪ ਕੌਰ ਤੁਸੀਂ ਜੇ, ਤੁਸੀਂ ਜਾ ਕੇ ਕਹਿੰਦੇ ਮੈਂ ਤੇ ਆਸ਼ਾ ਰਾਣੀ ਆ ਵੀ ਨਵਦੀਪ ਤੇ ਘਰ ਹੀ ਨਹੀਂ ਜੀ। ਹੁਣ ਉਸ ਵਿਚਾਰੇ ਨੂੰ ਵੀ ਪਤਾ ਨਹੀਂ ਕਿ ਨਵਦੀਪ ਹੈ ਕਿ ਆਸ਼ਾ ਰਾਣੀ ਹੈ, ਉਹਦੀ ਇੰਨੀ ਜ਼ਰੂਰਤ ਵੀ ਨਹੀਂ ਬੀਇੰਗ ਲੇਡੀ ਤੁਹਾਨੂੰ ਕਹੇ ਬੀਬੀ ਆਪਣਾ ਕਾਰਡ ਵਿਖਾ, ਬਿਲਕੁਲ ਤੁਸੀਂ ਕਹੋਗੇ ਕਿ ਮੈਂ ਨਾ ਬਦਤਮੀਜ਼ੀ ਕਰਦਾ, ਤੇਰੀ ਅਸੀਂ ਕੀਤਾ ਸੀ। ਸੋ ਤੁਸੀਂ ਇਗਨੋਰ ਕਰਦੇ ਹੋ ਪਹਿਲੀ ਤਰੀਕ ਨੂੰ। ਹੁਣ ਪਹਿਲੀ ਤਰੀਕ ਇਗਨੋਰ ਹੋ ਗਈ ਜੀ, ਕੋਰਟ ਸੰਮਨ ਆਉਂਦੇ ਆ 50 ਦਿਨਾਂ ਬਾਅਦ, ਫਿਰ ਕੋਰਟ ਅਗਲੀ ਵਾਰੀ ਫਿਰ ਸੰਮਨ ਕੱਢਦੀ ਹੈ, ਫਿਰ 50 ਦਿਨ ਲੱਗ ਗਏ, ਫਿਰ 50 ਦਿਨ ਲੱਗ ਗਏ। ਫਿਰ ਉਸ ਤੋਂ ਬਾਅਦ ਮੇਰੇ ਵਰਗਾ ਵਕੀਲ ਇੱਕ ਐਪਲੀਕੇਸ਼ਨ ਦਿੰਦਾ 520 ਦੀ ਆਰਡਰ 5 ਰੂਲ 20 ਸਬਸਟੀਟਿਊਟਡ ਸਰਵਿਸਿਜ਼ ਕਿ ਇਹ ਬੰਦਾ ਸ਼ਰਾਰਤੀ ਹੈ, ਜਾਂ ਮੈਨੂੰ ਦਸਤੀ ਸੰਬੰਧ ਦਿੱਤੇ ਜਾਣ, ਜਾਂ ਇਹਨੂੰ ਰਜਿਸਟਰੀ ਕਰਾਈ ਜਾਵੇ, ਜਾਂ ਇਹਦੇ ਬਾਰੇ ਅਖਬਾਰ 'ਚ ਕਢਾਇਆ ਜਾਵੇ ਜੀ। ਫਿਰ ਅਖਬਾਰ 'ਚ ਕੱਢਣ ਵਾਸਤੇ 60 ਦਿਨ ਦਾ ਪ੍ਰੋਸੈਸ ਹੈ। ਕੋਰਟ ਕੋਲ ਜਾਂਦੇ ਆ ਸੰਬੰਧ, ਉਹ ਅਖਬਾਰ ਦੀ ਬੰਦੀ ਹੈ, ਇਹ ਹੁੰਦਾ ਉਹ ਹੁੰਦਾ ਜੀ। ਸੋ ਅਖਬਾਰ 'ਚ ਨਿਕਲ ਜਾਂਦਾ, ਫਿਰ ਅਖਬਾਰ ਦੀ ਕਾਪੀ ਫਿਰ ਮੈਂ ਜਮ੍ਹਾਂ ਕਰਾਉਣਾ ਕੋਰਟ 'ਚ। 60 ਦਿਨਾਂ ਬਾਅਦ ਵੀ ਕੋਈ ਬੰਦਾ ਉੱਥੇ ਅਪੀਅਰ ਨਹੀਂ ਹੁੰਦਾ। ਕੋਰਟ ਫਿਰ ਵੀ ਮੈਨੂੰ ਕਹਿੰਦੀ ਹੈ ਕਿ ਨਹੀਂ ਇੱਕ ਟਰਾਈ ਮੱਲਨ ਸਾਹਿਬ ਹੋਰ ਕਰ ਲਓ ਕਿ ਸ਼ਾਇਦ ਨਵਦੀਪ ਆ ਜਾਏ, ਲੋ ਫੜੋ ਤੁਸੀਂ ਦਸਤੀ ਸੰਮਨ ਵੀ ਲੈ ਜਾਓ ਜੀ। ਹੁਣ ਮੈਂ ਜਾਣਾ ਸ਼ਰੇਆਮ ਨਾਲ ਜਾਣਾ, ਮੈਂ ਕਹਿੰਦਾ ਯਾਰ ਨਵਦੀਪ ਕੌਰ ਹੈ, ਨਵਦੀਪ ਕੌਰ ਫਿਰ ਕਹਿੰਦੀ ਸੁਨੀਲ ਕੁਮਾਰ ਦੇ ਪਾਗਲ ਹੋ ਗਿਆ, ਮੈਂ ਨਵਦੀਪ ਕੌਰ ਹੈ ਨਹੀਂ, ਆ 4 ਬੰਦੇ ਨੂੰ ਪੁੱਛ ਲੈ, ਮੈਂ ਤੇ ਨਹੀਂ ਲੈਂਦੀ ਸੰਮਨ। ਉੱਥੇ ਜਿਹੜਾ ਪਿਆਦਾ ਫਿਰ ਇਹ ਕਰਦੇ ਕਰਦੇ ਤੁਹਾਡੇ 600 ਦਿਨ ਬੀਤ ਗਏ ਜੀ। ਜਾਂ ਜੇ 50 ਦਿਨ ਦੀ ਵੀ ਗੱਲ ਕਰਾਂ ਤੇ 5 ਤਰੀਕਾਂ ਵੀ ਪਈਆਂ, 250 ਦਿਨ ਮਤਲਬ 1 ਸਾਲ ਤੁਹਾਡਾ ਬੀਤ ਗਿਆ। ਬਿਲਕੁਲ, ਇਹਦੇ 'ਚ ਕੋਰਟ ਦੀ ਗਲਤੀ ਕਿੱਥੇ ਹੈ ਦੱਸੋ? ਫਿਰ ਜਦੋਂ ਤੁਸੀਂ ਆ ਗਏ, ਹੁਣ ਤੁਸੀਂ ਐਕਸ ਪਾਰਟੀ ਹੋ ਗਏ, ਐਕਸ ਪਾਰਟੀ ਤੋਂ ਬਾਅਦ ਮੈਂ ਆਪਣੀ ਐਵੀਡੈਂਸ ਕਰਾਣੀ ਸ਼ੁਰੂ ਕੀਤੀ। ਪਹਿਲੀ ਐਵੀਡੈਂਸ ਤੋਂ ਬਾਅਦ ਤੁਸੀਂ ਫੇਰ ਆ ਗਏ, 1.5 ਸਾਲ ਬਾਅਦ ਤੁਸੀਂ ਕੋਰਟ 'ਚ ਫੇਰ ਹੋ ਗਏ। ਆਉਣ ਤੋਂ ਬਾਅਦ ਫਿਰ ਤੁਹਾਡੀ ਐਕਸ ਪਾਰਟੀ ਟੁੱਟੇ ਕਿ ਨਾ ਟੁੱਟੇ, ਉਹਦੇ ਤੇ ਬਹਿਸ ਚੱਲੀ, ਉਹਦੇ ਤੇ ਕੰਮ ਚੱਲਿਆ, ਫਿਰ 3 ਮਹੀਨੇ 4 ਮਹੀਨੇ ਲੰਘ ਗਏ, ਕਿਉਂਕਿ ਕੋਰਟ ਨੇ ਡਿਊ ਪ੍ਰੋਸੀਜਰ ਕਰਨਾ ਹੈ, ਕੋਰਟ ਨੇ ਧੱਕੇਸ਼ਾਹੀ ਨਹੀਂ ਕਰਨੀ। ਅੱਛਾ ਚਲੋ 1.5 ਪੌਣੇ 2 ਸਾਲ ਬਾਅਦ ਅਸੀਂ ਤੁਹਾਨੂੰ ਆ ਹੀ ਗਏ, ਤੁਸੀਂ ਸਾਡੇ ਕਾਬੂ। ਫਿਰ ਉਸ ਤੋਂ ਬਾਅਦ ਅਗਲੀ ਤਰੀਕ ਤੇ ਤੁਸੀਂ ਜਵਾਬ ਦੇਣਾ ਸੀ, ਤੁਸੀਂ ਆਪਣਾ ਮੈਡੀਕਲ ਭੇਜਤਾ, ਮੈਨੂੰ ਲੂਜ਼ ਮੋਸ਼ਨ ਲੱਗੇ ਜੀ, ਜਾਂ ਮੈਂ ਹਸਪਤਾਲ ਚਲ ਗਈ ਹਾਂ, ਜਾਂ ਸਾਡੇ ਘਰ ਕੋਈ ਮਰ ਗਿਆ, ਦੇ ਨਹੀਂ ਸਕਦੇ, ਤੁਸੀਂ ਫਿਰ 90 ਦਿਨ ਕਰਕੇ 2-3 ਵਾਰੀ ਬਾਏ ਕਰ ਲਏ ਜੀ। ਸੋ ਬਦਮਾਸ਼ੀ ਕੌਣ ਕਰ ਰਿਹਾ, ਕੋਰਟ ਕੇ ਸ਼ਰਾਰਤੀ ਕਲਾਇੰਟ? ਸੋ ਮੈਂ ਇਹ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ, ਕੋਰਟ ਦੇ ਬੜੇ ਪ੍ਰੋਸੀਜਰ ਬੜੇ ਸਿੰਪਲ ਨੇ। ਨੋ ਡਾਊਟ ਕਿਸੇ ਵੇਲੇ ਸਾਡੇ ਜੱਜ ਸਾਹਿਬਾਨ ਥੋੜਾ ਜਿਹਾ ਡਰਦੇ ਨੇ ਕਿ ਮੇਰੇ ਕੋਲ ਕੋਈ ਹਾਰਸ਼ ਆਰਡਰ ਪਾਸ ਨਾ ਹੋ ਜਾਏ, ਕਿਉਂਕਿ ਉਹਨਾਂ ਨੂੰ ਪੁੱਛਣ ਵਾਲਾ ਕੋਈ ਤੇ ਹੈਗਾ ਉੱਪਰ, ਬਿਲਕੁਲ, ਜਿੱਦੋਂ ਡਰ ਕੇ ਚੱਲਦੇ ਨੇ। ਤੇ ਜਿਹੜਾ ਮੇਰੇ ਨਾਲ ਲੁੱਚਾ ਆਦਮੀ ਹੈ, ਜਿਹਨੂੰ ਕੋਈ ਡਰ ਹੀ ਨਹੀਂ, ਜਿਹੜਾ 2 ਦਿਨ ਅੰਦਰ ਵੀ ਲਾਏਗਾ ਤੇ ਉਹਨੂੰ ਫਰਕ ਨਹੀਂ ਪੈਂਦਾ ਪਿਆ, ਉਹਦੇ ਅੱਗੇ ਤੇ ਫਿਰ ਸਭ ਕੁਝ ਹੀ ਬੇਕਾਰ ਹੈ ਜੀ। ਪਰ ਉਹੀ ਗੱਲ ਹੈ ਕਿ ਭਾਵੇਂ ਫਿਰ ਟਾਈਮ ਲੱਗਦਾ ਹੈ। ਫਿਰ ਹੁਣ ਮੈਂ ਹਾਰ ਗਿਆ ਕੇਸ ਮੰਨ ਲਓ, ਤੇ ਮੈਂ 90 ਦਿਨਾਂ 'ਚ ਅੱਗੇ ਅਪੀਲ ਕਰ ਦੇਣੀ ਹੈ। ਹੁਣ ਨਵਦੀਪ ਜੀ ਸੈਸ਼ਨ ਕੋਰਟ 'ਚ ਭੱਜੇ ਆ ਰਹੇ ਨੇ ਮੇਰੇ ਮਗਰ ਜੀ। ਫਿਰ ਹੁਣ ਉੱਥੋਂ ਵੀ ਨਵਦੀਪ ਜੀ ਜਿੱਤ ਗਏ, ਮੈਂ ਹਾਈ ਕੋਰਟ 'ਚ ਅਪੀਲ ਪਾ ਦੇਣੀ ਹੈ, ਮਤਲਬ ਤੁਰੇ ਰਹੋ। ਸੋ ਪਰ ਉਹੀ ਗੱਲ ਹੈ ਕਿ ਅੱਜ ਵੀ ਮੇਰੇ ਕੋਲ ਇੱਕ ਕਲਾਇੰਟ ਹੈ 36 ਸਾਲਾਂ ਬਾਅਦ ਉਹ ਜਿੱਤੇ ਨੇ ਜੀ। ਥੱਲੀਆਂ ਕਈ ਕੋਰਟਾਂ 'ਚ ਜਿੱਤਣ ਤੋਂ ਬਾਅਦ ਉੱਤੇ ਆ ਕੇ ਜਿੱਤੇ ਨੇ, ਪਰ ਫਿਰ ਵੀ ਦੂਜੀ ਪਾਰਟੀ ਇੰਨੀ ਬਦਮਾਸ਼ ਹੈ ਕਿ ਉਹਨਾਂ ਨੇ ਫਿਰ ਜਿਹੜਾ ਮੁਆਵਜ਼ਾ ਸੀ ਸਾਰਾ ਆਪਣੇ ਨਾਂ ਤੇ ਲੈ ਲਿਆ ਸ਼ਰਾਰਤ ਕਰਕੇ। ਹੁਣ ਜਦੋਂ ਉਹਨਾਂ ਨੂੰ ਪਨਿਸ਼ਮੈਂਟ ਹੋਏਗੀ, ਜਦੋਂ ਉਹਨਾਂ ਤੇ ਸਜ਼ਾ ਹੋਏਗੀ, ਮਤਲਬ ਜਿਹੜਾ ਬੰਦਾ ਚੋਰ ਹੈ ਉਹ ਬੇਸ਼ਰਮੀ ਦੀ ਹਰ ਹੱਦ ਪਾਰ ਕਰ ਰਿਹਾ, ਬਿਲਕੁਲ ਪਾਰ ਕਰਨ ਤੋਂ ਬਾਅਦ ਉਹ ਕੋਰਟ ਦੇ ਪ੍ਰੋਸੀਜਰ ਨੂੰ ਮਿਸਯੂਜ਼ ਕਰਕੇ ਉਹਦੇ ਬੈਨੀਫਿਟ ਖਾ ਰਿਹਾ ਹੈ ਜੀ। ਤੇ ਫਿਰ ਕੋਰਟ ਦਾ ਕਸੂਰ ਕਿੱਥੇ ਹੈ? ਕੋਰਟਾਂ ਦੇ ਪੀਓ ਵੀ ਡਿਕਲੇਅਰ ਕਰਦੀਆਂ ਪਈਆਂ, ਕੋਰਟਾਂ ਦੇ ਸਭ ਕੁਝ ਹੀ ਕਰਦੀਆਂ ਪਈਆਂ, ਪਰ ਕੋਰਟ ਨੇ ਇੱਕ ਡਿਊ ਲੀਗਲ ਪ੍ਰੋਸੀਜਰ ਨਾਲ ਚੱਲਣਾ ਹੈ। ਜੇ ਕੋਰਟ ਵੀ ਧੱਕੇਸ਼ਾਹੀ ਤੇ ਉਤਰ ਆਈ ਤੇ ਫਿਰ ਨਿਆਂ ਨਹੀਂ ਕਿਤੋਂ ਮਿਲਣਾ, ਬਿਲਕੁਲ। ਸੋ ਮੈਂ ਇੱਕ ਭਾਜੀ ਨੂੰ ਬੇਨਤੀ ਕਰੂੰਗਾ, ਨੋ ਡਾਊਟ ਸਾਡੇ ਪ੍ਰੋਸੀਜਰ ਬੜੇ ਲੰਬੇ ਨੇ, ਉਹ ਲੰਬੇ ਪ੍ਰੋਸੀਜਰ ਮੈਂ ਚੋਰ ਆ ਤੇ ਮੈਂ ਕੀਤੇ ਨੇ, ਨਾ ਕਿ ਕੋਰਟ ਕਰਦੀ ਹੈ। ਔਰ ਉਹਦੀ ਲੜਾਈ ਲਈ ਉਹਨੂੰ ਟਾਈਮ ਬਾਉਂਡ ਕਰਾਉਣ ਲਈ ਪ੍ਰੋਸੀਜਰ ਹੈਗੇ ਨੇ ਕਿ ਜੇ ਇੰਨੀ ਤਰੀਕ ਤੱਕ ਨਹੀਂ ਆਉਂਦਾ। ਹੁਣ ਮੇਰੇ ਇੱਕ ਕੇਸ ਇੱਕ ਬੰਦਾ ਨਹੀਂ ਸੀ ਆਇਆ, ਉਹਨੂੰ 10,000 ਰੁਪਏ ਜੁਰਮਾਨਾ ਪਾਇਆ ਕੋਰਟ ਨੇ ਜੀ, ਤੇ ਨਾਲ
ਆਰਡਰ ਕੀਤੇ ਨੇ ਵੀ ਇੰਨੀ ਤਰੀਕ ਤੱਕ ਜੇ ਰਿਪਲਾਈ ਨਹੀਂ ਦਿੰਦਾ ਤੇ ਇਹਨੂੰ ਨਾਲ ਐਂਡ ਵਾਇਡ ਮੰਨੀ ਜਾਵੇ। ਠੀਕ ਹੈ ਜੀ। ਸੋ ਇਹੋ ਜਿਹੇ ਆਰਡਰ ਕਰਾਉਣ ਲਈ ਤੁਹਾਨੂੰ ਇੱਕ ਤੇਜ਼ ਤਰਾਰ ਵਕੀਲ ਚਾਹੀਦਾ ਨਾਲ, ਔਰ ਵਕੀਲ ਸਾਹਿਬ ਦੇ ਨਾਲ ਤੁਹਾਡੀ ਪੈਰਵਾਈ ਬੜੀ ਇੰਪੋਰਟੈਂਟ ਹੈ। ਤਰੀਕ ਤੋਂ ਇੱਕ ਰਾਤ ਪਹਿਲਾਂ ਵਕੀਲ ਸਾਹਿਬ ਨੂੰ ਫੋਨ ਜਾਵੇ, ਵਕੀਲ ਸਾਹਿਬ ਕੱਲ ਦੀ ਕੀ ਤਿਆਰੀ ਹੈ, ਮੈਂ ਤੁਹਾਨੂੰ ਕੀ ਦੇਣਾ ਹੈ, ਤੇ ਜਿੱਦਣ ਤਰੀਕ ਤੋਂ ਭੁਗਤ ਕੇ ਵਾਪਸ ਆਣ ਉਸ ਤੋਂ ਅਗਲੇ ਦਿਨ ਫਿਰ ਫੋਨ ਆਵੇ ਜੀ ਵਕੀਲ ਸਾਹਿਬ ਹੁਣ ਆਪਾਂ ਅਗਲੀ ਤਿਆਰੀ ਕੀ ਕਰਨੀ ਹੈ। ਬਿਲਕੁਲ। ਔਰ ਤਰੀਕ ਕਲਾਇੰਟ ਕੀ ਗਲਤੀ ਕਰਦੇ ਨੇ ਮੈਂ ਵੀ ਦੱਸ ਦਿੰਦਾ, ਮੈਂ ਵੀ ਵਕੀਲ ਆ, ਮੇਰੇ ਨਾਲ ਵੀ ਰੋਜ਼ ਇਹ ਕੁਝ ਹੁੰਦਾ। ਅੱਜ ਤਰੀਕ ਹੈ ਨਾ ਤੇ ਸਵੇਰੇ 9 ਵਜੇ ਕਲਾਇੰਟ ਦਾ ਫੋਨ ਆਉਂਦਾ ਤੇ ਜਾਂ 7 ਵਜੇ ਸੁੱਤਿਆ, ਮੈਂ ਸੁੱਤਾ ਹੁੰਦਾ ਤੇ 7 ਵਜੇ ਫੋਨ ਆਉਂਦਾ, ਅੱਛਾ ਫਿਰ ਵਕੀਲ ਸਾਹਿਬ ਅੱਜ ਤਰੀਕ ਹੈ ਕੀ ਕਰਨਾ, ਮੈਂ ਕਹਿੰਦਾ ਕੋਈ ਢੋਲੀ ਨਾਲ ਲੈ ਕੇ ਭੰਗੜੇ ਪਾਣੇ ਅਦਾਲਤ ਬਹਿ ਕੇ। ਮੈਂ ਪੁੱਠਾ ਜਵਾਬ ਦਿੰਦਾ ਜੀ ਕਿ ਕਾਕਾ ਤੈਨੂੰ ਹੁਣ ਚੇਤੇ ਆਇਆ ਵੀ ਮੇਰੀ ਨੀਂਦ ਖਰਾਬ ਕਰਨ ਲਈ ਰਾਤ ਨੂੰ ਮੈਂ 3 ਵਜੇ ਸੁੱਤਾ, ਮੈਂ 8 ਵਜੇ ਸੁੱਤਾ ਉੱਠਣਾ ਸੀ ਤੂੰ ਮੈਨੂੰ 7 ਵਜੇ ਜਗਾ ਰਿਹਾ ਤੇ ਤੂੰ ਹੁਣ ਪੁੱਛ ਰਿਹਾ ਮੈਨੂੰ ਮੈਂ ਕੀ ਕਰਨਾ ਵਾ। ਮੈਂ ਸੱਚੀ ਮੁੱਚੀ ਇਹੋ ਜਵਾਬ ਦਿੰਦਾ ਕਿ ਨਾਲ ਮਾਸੀ ਜ਼ਰੂਰ ਲੈ ਕੇ ਕਹਿੰਦਾ ਕਿਉਂ, ਮੈਂ ਕਿਹਾ ਉਹਨੇ ਵਕੀਲਾਂ ਦਾ ਭੰਗੜਾ ਨਹੀਂ ਵੇਖਿਆ ਹੋਣਾ। ਹੋਰ ਮੈਂ ਉਹਨੂੰ ਕੀ ਕਹਾਂ ਇਹੋ ਜਿਹੇ ਨੂੰ ਜਿਹੜਾ ਰਾਤ ਨੂੰ ਫੋਨ ਕਰੇ ਮੈਨੂੰ। ਸੋ ਮੈਂ ਤੇ ਕਲਾਇੰਟ ਨੂੰ ਕਹਿੰਦਾ ਵੀ ਅੱਜ ਤਰੀਕ ਭੁਗਤੀ ਹੈ, ਅੱਜ ਦੇ ਅੱਜ ਹੀ ਮੇਰੇ ਕੋਲ ਸਮਝੋ ਕੀ ਕਰਨਾ, ਕਿਉਂਕਿ ਤਾਜ਼ਾ ਸਭ ਕੁਝ ਸਿੱਖਿਆ ਜੀ ਤੇ ਤਾਜ਼ਾ ਬਣਾ ਕੇ ਰੱਖ ਲਈਏ, ਜਿੱਦਣ ਤਰੀਕ ਆਏਗੀ ਉਹਨੂੰ ਰਿਫਾਈਨ ਕਰਕੇ ਪਾ ਦੇਵਾਂਗੇ ਜੀ। ਬਿਲਕੁਲ, ਅਦਾਲਤ ਆਪਣਾ ਪੂਰਾ ਪ੍ਰੋਸੈਸ ਰੱਖਦੀ ਹੈ ਪਰ ਕੁਝ ਸ਼ਰਾਰਤੀ ਅੰਸਰ ਹੀ ਇਸ ਨੂੰ ਵਿਗਾੜਨ ਦੀ ਕੋਸ਼ਿਸ਼ ਕਰਦੇ ਨੇ। ਤਾਂ ਮਲਨ ਸਾਹਿਬ ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ-ਬਹੁਤ ਧੰਨਵਾਦ। ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਇਸ ਵਿਸ਼ੇ ਦੇ ਉੱਤੇ ਹੋਰ ਗੱਲਾਂ ਬਾਤਾਂ ਕਰੀਏ, ਤਾਂ ਇੱਕ ਨਵਾਂ ਵਿਸ਼ਾ ਲੈ